ਸਾਰੀ ਸਾਧ ਸੰਗਤ ਨੂੰ ਅੱਜ ਦੀ ਕਲਾਸ ਵਿੱਚ ਆਉਣ ਲਈ ਜੀ ਆਇਆਂ ਨੂੰ ਆਖਦਾ ਹਾਂ। ਤੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਇਸ ਕਲਾਸ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ, ਉਸ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਆਪਾਂ ਅਸ਼ਟਪਦੀ ਨੰਬਰ 13 ਕਰ ਰਹੇ ਹਾਂ। ਅੱਜ ਇਸ ਦਾ ਬੰਦ ਨੰਬਰ 3 ਆਪਾਂ ਸਮਝਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 280 ਤੇ ਮੌਜੂਦ ਹੈ। ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ, ਉਹਦੇ ਵਿੱਚ ਗੁਰੂ ਜੀ ਨੇ ਸਾਨੂੰ 2 ਬਚਨ ਆਖੇ ਨੇ। ਇੱਕ ਤੇ ਆਖਿਆ ਹੈ ਕਿ ਜਿਹੜਾ ਵੀ ਮਨੁੱਖ ਸੰਤਾਂ ਦੀ ਸ਼ਰਨ ਵਿੱਚ ਪੈ ਜਾਏਗਾ, ਉਹ ਸੰਸਾਰ ਸਾਗਰ ਤੋਂ ਤਰਨ ਦੇ ਯੋਗ ਬਣ ਜਾਏਗਾ। ਤੇ ਦੂਸਰੇ ਪਾਸੇ ਦੂਸਰਾ ਜਿਹੜਾ ਬਚਨ ਹੈ ਉਹਨਾਂ ਦਾ, ਉਹ ਇਹ ਆਖਿਆ ਗਿਆ ਹੈ ਕਿ ਜਿਹੜੇ ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ, ਉਹ ਮੁੜ ਮੁੜ ਕੇ ਜਨਮ ਤੇ ਮਰਨ ਦੇ ਗੇੜ ਵਿੱਚ ਪਏ ਰਹਿਣਗੇ। ਸੋ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਨਿੰਦਿਆ ਕਰਨ ਨਾਲ ਜਨਮ ਤੇ ਮਰਨ ਦੇ ਗੇੜ ਵਿੱਚ ਪਈਦਾ ਹੈ, ਤੇ ਸੰਤਾਂ ਦੀ ਸ਼ਰਨ ਵਿੱਚ ਪੈ ਜਾਣ ਨਾਲ ਜਨਮ ਤੇ ਮਰਨ ਦੇ ਗੇੜ ਤੋਂ ਮੁਕਤ ਹੋ ਜਾਈਦਾ ਹੈ, ਆਜ਼ਾਦ ਹੋ ਜਾਈਦਾ ਹੈ। ਸੋ ਜਦੋਂ ਆਪਾਂ ਇਹ ਅਸ਼ਟਪਦੀ ਸ਼ੁਰੂ ਕੀਤੀ ਸੀ, ਤੇ ਸ਼ੁਰੂ ਵਿੱਚ ਆਪਾਂ 2-3 ਬਚਨ ਸਮਝੇ ਸਨ ਕਿ ਸੰਤ ਕਿਸ ਨੂੰ ਆਖਦੇ ਨੇ, ਨਿੰਦਿਆ ਕਿਸ ਨੂੰ ਆਖਦੇ ਨੇ ਇਤਿਆਦਿਕ। ਸੋ ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਚਨ ਕਰਨਾ ਚਾਹਾਂਗਾ ਕਿ ਸੰਤ ਕਿਸ ਨੂੰ ਨਹੀਂ ਆਖਦੇ। ਸੋ ਇਹਦੇ ਤੇ ਕਾਫੀ ਲੰਮੀ ਵਿਚਾਰ ਕੀਤੀ ਜਾ ਸਕਦੀ, ਲੇਕਿਨ ਮੈਂ ਸੰਖੇਪ ਵਿੱਚ ਤੁਹਾਡੇ ਨਾਲ ਜਿਹੜੇ ਬਚਨ ਨੇ ਗੁਰਬਾਣੀ ਵਿੱਚੋਂ ਉਹ ਸਾਂਝੇ ਕਰਨੇ ਨੇ ਕਿ ਸੰਤ ਕਿਹਨਾਂ ਨੂੰ ਨਹੀਂ ਆਖਿਆ ਜਾ ਸਕਦਾ। ਆਪਾਂ ਜਦੋਂ ਉਹ ਸਮਝੀ ਸੀ ਵਿਚਾਰ ਕਿ ਸੰਤ ਕਿਸ ਨੂੰ ਆਖਦੇ ਹਨ, ਉਦੋਂ ਆਪਾਂ ਸਮਝਿਆ ਸੀ ਕਿ ਸੰਤ ਕਿਸੇ ਬਾਣੇ ਦਾ ਨਾਂ ਨਹੀਂ, ਸਗੋਂ ਸੰਤ ਇੱਕ ਵਿਚਾਰਧਾਰਾ ਹੈ। ਸੰਤ ਇੱਕ ਮਨੁੱਖੀ ਸੁਭਾਅ ਹੈ। ਸੰਤ ਉਸ ਨੂੰ ਆਖਦੇ ਨੇ ਜਿਹੜਾ ਹਰ ਸਵਾਸ ਨਾਲ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ, ਯਾਨੀ ਵਾਹਿਗੁਰੂ ਜੀ ਨੂੰ, ਪਰਮਾਤਮਾ ਨੂੰ ਉਹ ਕਦੇ ਭੁਲਾਉਂਦਾ ਨਹੀਂ। ਦੂਜੇ ਪਾਸੇ ਕੁਝ ਲੋਕ ਇਹੋ ਜਿਹੇ ਨੇ ਸੰਸਾਰ ਵਿੱਚ ਜਿਹੜੇ ਸਿਰਫ ਸੰਤਾਂ ਵਾਲਾ ਰੂਪ ਧਾਰਨ ਕਰ ਲੈਂਦੇ ਨੇ। ਉਹ ਬਾਣਾ ਪਾ ਲੈਂਦੇ ਨੇ, ਖੁੱਲ੍ਹੇ ਕੱਪੜੇ ਪਾ ਲੈਂਦੇ ਨੇ, ਸੰਨਿਆਸੀਆਂ ਵਾਲੇ ਗੇਰੂਏ ਰੰਗ ਦੇ ਜਾਂ ਸਾਧੂਆਂ ਵਾਲੇ ਚਿੱਟੇ ਰੰਗ ਦੇ, ਸਿੱਖੀ ਵਿੱਚ ਉਹ ਗੋਲ ਦਸਤਾਰਾਂ ਬੰਨ੍ਹ ਲੈਂਦੇ ਨੇ। ਸੋ ਇਸ ਤਰ੍ਹਾਂ ਦੇ ਕੰਮ ਉਹ ਕਰਦੇ ਨੇ। ਉਹੋ ਜਿਹੇ ਲੋਕਾਂ ਦੇ ਪ੍ਰਤੀ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਇਹੋ ਜਿਹੇ ਲੋਕਾਂ ਨੂੰ ਕਦੀ ਸੰਤ ਨਹੀਂ ਆਖਣਾ ਚਾਹੀਦਾ, ਅਤੇ ਇਹੋ ਜਿਹੇ ਲੋਕਾਂ ਦੀ ਕਦੀ ਸ਼ਰਨ ਵਿੱਚ ਵੀ ਨਹੀਂ ਜਾਣਾ ਚਾਹੀਦਾ। ਆਪ ਜੀ ਫਰਮਾਉਂਦੇ ਨੇ, ਗਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ। ਇਹ ਨਾ ਜੀ ਬਨਾਰਸ ਦੀ ਗੱਲ ਕਰਨ ਲੱਗੇ ਨੇ ਭਗਤ ਕਬੀਰ ਸਾਹਿਬ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਨੇ, ਤੇ ਉੱਥੇ ਜੋ ਉਹਨਾਂ ਨੇ ਇਹਨਾਂ ਅਖੌਤੀ ਸੰਤਾਂ ਦੇ ਹਾਲਾਤ ਵੇਖੇ ਨੇ, ਉਹਨਾਂ ਨੂੰ ਉਹ ਬਿਆਨ ਕਰਦੇ ਨੇ। ਉਹਨਾਂ ਨੇ 3.5 ਗਜ ਕੱਪੜੇ ਦੀਆਂ ਧੋਤੀਆਂ ਬਣਾਈਆਂ ਹੋਈਆਂ ਨੇ,
ਤੇਹਰੇ ਪਾਇਨ ਤੱਗ ਦਾ ਮਤਲਬ ਹੈ ਕਿ ਉਹਨਾਂ ਨੇ ਤਿੰਨ ਤਿੰਨ ਧਾਗਿਆਂ ਵਾਲੇ ਗਲਾਂ ਵਿੱਚ ਜਨੇਊ ਪਾਏ ਹੋਏ ਨੇ। 3.5 ਗਜ ਦੀਆਂ ਧੋਤੀਆਂ ਜਿਹੜੀਆਂ ਉਹ ਇਸ ਤਰ੍ਹਾਂ ਉੱਤੇ ਜੇ ਲੈ ਕੇ ਬੁੱਕਲ ਜੀ ਮਾਰ ਕੇ ਬਹਿ ਜਾਂਦੇ ਨੇ ਅੱਖਾਂ ਬੰਦ ਕਰਕੇ, ਤੇ ਗਲਾਂ ਵਿੱਚ ਉਹਨਾਂ ਨੇ ਤਿੰਨ ਤਿੰਨ ਧਾਗਿਆਂ ਵਾਲੇ ਗੰਢਾਂ ਦੇ ਕੇ ਜਨੇਊ ਪਾਏ ਹੋਏ ਨੇ। ਅਤੇ ਅੱਗੇ ਦੱਸਦੇ ਨੇ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਜਿਨ੍ਹਾਂ ਦੇ ਗਲਾਂ ਵਿੱਚ ਰੁਦਰਾਕਸ਼ ਦੀਆਂ ਮਾਲਾ ਪਾਈਆਂ ਹੋਈਆਂ ਨੇ, ਵੱਡੀਆਂ ਵੱਡੀਆਂ ਮੋਟੇ ਮੋਟੇ ਮਣਕਿਆਂ ਵਾਲੀਆਂ। ਹੱਥਾਂ ਵਿੱਚ ਲੋਟੇ ਯਾਨੀ ਗੜਵੇ ਫੜੇ ਹੋਏ ਨੇ ਜਿਹੜੇ ਬੜੇ ਲਿਸ਼ਕਦੇ ਨੇ। ਨਿਬੱਗ ਦਾ ਮਤਲਬ ਲਿਸ਼ਕਣਾ, ਜਿਹੜੇ ਬੜੇ ਚਮਕਦੇ ਨੇ, ਐਨ ਮਾਂਝੇ ਹੋਏ ਨੇ। ਤੇ ਭਗਤ ਜੀ ਆਖਦੇ ਨੇ, ਓਏ ਹਰ ਕੇ ਸੰਤ ਨਾ ਆਖੀਐ ਹੈ ਬਾਨਾਰਸ ਕੇ ਠੱਗ। ਕਈ ਸ਼ਹਿਰਾਂ ਵਿੱਚ ਕਈ ਚੀਜ਼ਾਂ ਮਸ਼ਹੂਰ ਹੋ ਜਾਂਦੀਆਂ ਨੇ, ਕਈਆਂ ਸ਼ਹਿਰਾਂ ਦੇ ਕਈ ਤਿਉਹਾਰ ਮਸ਼ਹੂਰ ਹੋ ਜਾਂਦੇ ਨੇ, ਕਿਤੇ ਖੇਡਾਂ ਦੇ ਕਾਰਨ ਕੋਈ ਸ਼ਹਿਰ ਮਸ਼ਹੂਰ ਹੋ ਜਾਂਦੇ ਨੇ। ਪਰ ਇਹ ਜਿਹੜਾ ਬਨਾਰਸ ਇਹ ਠੱਗਾਂ ਦੇ ਕਾਰਨ ਮਸ਼ਹੂਰ ਹੋਇਆ ਸੀ, ਅੱਜ ਵੀ ਇਹ ਪਹਿਲਾਂ ਵੀ ਸੀ। ਇੱਥੇ ਬਹੁਤ ਸਾਰੇ ਧਰਮ ਮੰਦਰ ਹਨ ਤੇ ਉਹਨਾਂ ਧਰਮ ਮੰਦਰਾਂ ਦੇ ਅੰਦਰ ਲੋਕਾਂ ਦੇ ਨਾਲ ਕੇਵਲ ਠੱਗੀਆਂ ਕੀਤੀਆਂ ਜਾਂਦੀਆਂ ਨੇ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਸਾਰਿਆਂ ਵਿੱਚ ਨਹੀਂ, ਪਰ ਬਹੁ ਗਿਣਤੀ ਪੂਰੀ ਦੁਨੀਆ ਦੇ ਅੰਦਰ ਜਿੰਨੇ ਵੀ ਧਰਮ ਮੰਦਰ ਨੇ, ਧਰਮ ਮੰਦਰ ਤੋਂ ਮੇਰਾ ਮਤਲਬ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਣ, ਉਹਨਾਂ ਧਰਮ ਸਥਾਨਾਂ ਵਿੱਚ ਕੇਵਲ ਤੇ ਕੇਵਲ ਲੋਕਾਂ ਨਾਲ ਠੱਗੀਆਂ ਹੁੰਦੀਆਂ, ਹੋਰ ਕੁਝ ਨਹੀਂ ਹੁੰਦਾ। ਇਹ ਬਹੁਤ ਵੱਡੀ ਠੱਗੀ ਹੈ ਕਿ ਤੁਸੀਂ ਸਾਨੂੰ ਪੈਸੇ ਦਿਓ ਤੇ ਅਸੀਂ ਤੁਹਾਡੇ ਲਈ ਮੰਤਰ ਪੜਾਂਗੇ, ਅਸੀਂ ਤੁਹਾਡੇ ਲਈ ਪਾਠ ਕਰਾਂਗੇ, ਅਸੀਂ ਤੁਹਾਡੇ ਲਈ ਪੂਜਾ ਕਰਾਂਗੇ, ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ। ਇਹ ਪੂਰੀ ਦੀ ਪੂਰੀ ਠੱਗੀ ਹੈ ਜੀ, ਇਸ ਤੋਂ ਵੱਧ ਘੱਟ ਕੁਝ ਨਹੀਂਗਾ। ਸੋ ਬਨਾਰਸ ਦੇ ਅੰਦਰ ਇਹ ਠੱਗੀ ਹੋ ਰਹੀ ਸੀ ਕਬੀਰ ਸਾਹਿਬ ਦੇ ਵੇਲੇ। ਇੱਥੋਂ ਤੱਕ ਭੋਲੇ ਭਾਲੇ ਲੋਕਾਂ ਤੋਂ ਉਹ ਜਿੰਨਾ ਵੀ ਉਹਨਾਂ ਕੋਲ ਰੁਪਈਆ ਪੈਸਾ ਉਹ ਵੀ ਲੈ ਲੈਂਦੇ, ਉਹਨਾਂ ਦੀਆਂ ਜ਼ਮੀਨਾਂ ਆਦਿਕ ਵੀ ਆਪਣੇ ਨਾਂ ਕਰਵਾ ਲੈਂਦੇ, ਯਾਨੀ ਸਾਰੀ ਚੱਲ ਤੇ ਅਚਲ ਜਿਹੜੀ ਜਾਇਦਾਦ ਹੁੰਦੀ ਉਹਨੂੰ ਆਪਣੇ ਨਾਂ ਕਰਵਾ ਲੈਂਦੇ। ਤੇ ਫਿਰ ਉਹਨੂੰ ਕਹਿੰਦੇ, ਤੈਨੂੰ ਹੁਣ ਅਸੀਂ ਆਰੇ ਨਾਲ ਚੀਰ ਕੇ 2 ਫਾੜ ਕਰਕੇ ਮਾਰ ਦਿਆਂਗੇ ਤੇ ਤੂੰ ਸਵਰਗਾਂ ਨੂੰ ਚਲਾ ਜਾਏਗਾ। ਤੇ ਇਸ ਤਰ੍ਹਾਂ ਹੁੰਦਾ ਰਿਹਾ। ਕਿਸੇ ਨੂੰ ਪਹਾੜੀ ਤੋਂ ਸੁੱਟ ਕੇ ਮਾਰ ਦਿੰਦੇ, ਕਿਸੇ ਨੂੰ ਉਹ ਜਿੱਦਣ ਉਹ ਜਲੂਸ ਨਿਕਲਦਾ ਜਗਨਨਾਥ ਦੀ ਮੂਰਤੀ ਜਿਹੜੀ ਰੱਥ ਉੱਤੇ ਹੁੰਦੀ ਏ, ਉਸ ਰੱਥ ਦੇ ਪਹੀਆਂ ਹੇਠਾਂ ਦੇ ਕੇ ਮਾਰ ਦਿੰਦੇ। ਇਹ ਠੱਗੀ ਸੀ ਬਹੁਤ ਵੱਡੀ, ਜਿਸ ਨੂੰ ਕਬੀਰ ਸਾਹਿਬ ਨੇ ਉਜਾਗਰ ਕੀਤਾ ਕਿ ਜਿਨ੍ਹਾਂ ਨੂੰ ਤੁਸੀਂ ਸੰਤ ਕਹਿ ਰਹੇ ਹੋ, ਜਿਨ੍ਹਾਂ ਦੇ ਆਖੇ ਲੱਗ ਕੇ ਤੁਸੀਂ ਆਪਣਾ ਆਪਾ ਕੁਰਬਾਨ ਕਰ ਰਹੇ ਹੋ, ਉਹਨਾਂ ਨੂੰ ਸਾਰੀ ਜ਼ਮੀਨਾਂ ਜਾਇਦਾਦਾਂ ਅਰਪਣ ਕਰ ਰਹੇ ਹੋ, ਜਿਨ੍ਹਾਂ ਨੇ ਗਲਾਂ ਵਿੱਚ ਧੋਤੀਆਂ ਵਲੇਟੀਆਂ ਹੋਈਆਂ ਨੇ, ਤੇਰੇ ਧਾਗਿਆਂ ਵਾਲੇ ਜਨੇਊ ਪਾਏ ਹੋਏ ਨੇ, ਗਲਾਂ ਵਿੱਚ ਰੁਦਰਾਕਸ਼ ਦੀਆਂ ਮਾਲਾ ਪਾਈਆਂ ਹੋਈਆਂ ਨੇ, ਹੱਥਾਂ ਵਿੱਚ ਬੜੇ ਚਮਕਦੇ ਹੋਏ ਲੋਟੇ ਗੜਵੇ ਫੜੇ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਜੀ ਦੇ ਸੰਤ ਨਹੀਂ ਆਖਿਆ ਜਾ ਸਕਦਾ। ਉਹ ਬਨਾਰਸ ਦੇ ਠੱਗ ਹਨ। ਕਬੀਰ ਸਾਹਿਬ ਨੇ ਅੱਗੇ ਆਖਿਆ, ਐਸੇ ਸੰਤ ਨਾ ਮੋਕੋ ਭਾਵੇਂ। ਇਹੋ ਜਿਹੇ ਸੰਤ ਮੈਨੂੰ ਨਹੀਂ ਭਾਉਂਦੇ, ਮੈਨੂੰ ਨਹੀਂ ਚੰਗੇ ਲੱਗਦੇ, ਜਿਹੜੇ ਲੋਕਾਂ ਦੇ ਨਾਲ ਠੱਗੀ ਮਾਰਦੇ ਹੋਣ। ਡਾਲਾ ਸਿਉ ਪੇਡਾ ਗਟਕਾਵੇਂ, ਗਟਕਾਵੇਂ ਦਾ ਮਤਲਬ ਹੋਣਾ ਗਟਕ ਜਾਣਾ, ਨਿਗਲ ਜਾਣਾ, ਖਾ ਜਾਣਾ, ਯਾਨੀ ਉਹ ਜਿਹੜਾ ਪੇੜ ਹੈ ਨਾ, ਉਸ ਪੇੜ ਨੂੰ ਟਾਹਣੀਆਂ ਸਮੇਤ ਹੀ ਖਾ ਜਾਂਦੇ ਨੇ। ਡਾਲਾ ਮੈਨੇ ਟਾਹਣੀਆਂ, ਟਾਹਣੀ ਕੀ ਏ? ਮਾਇਆ। ਤੇ ਪੇਡਾ ਕੀ ਏ? ਜਿਹਦੇ ਤੋਂ ਮਾਇਆ ਲੈਂਦੇ ਸਨ ਉਹ ਲੋਕ। ਮਾਇਆ ਸਣੇ ਉਸ ਬੰਦੇ ਨੂੰ ਹੀ ਖਾ ਜਾਂਦੇ ਨੇ, ਯਾਨੀ ਉਸ ਨੂੰ ਮਾਰ ਹੀ ਸੁੱਟਦੇ ਨੇ। ਐਸੇ ਸੰਤ ਨਾ ਮੋਕੋ ਭਾਵੇਂ। ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ, ਇਹੋ ਜਿਹਾਂ ਸੰਤਾਂ ਦੀ ਕਦੇ ਸ਼ਰਨ ਵਿੱਚ ਨਹੀਂ ਜਾਣਾ ਚਾਹੀਦਾ।
ਸੋ ਗੁਰੂ ਸਾਹਿਬ ਨੇ ਆਪਾਂ ਨੂੰ ਆਖਿਆ ਹੈ ਕਿ ਤੁਸੀਂ ਭਾਈ ਸੰਤਾਂ ਦੀ ਸ਼ਰਨ ਵਿੱਚ ਪਵੋ, ਤੇ ਜਿਹੜੇ ਲੋਕ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਸੋ ਮੈਂ ਇਹ ਦੱਸਣਾ ਚਾਹਿਆ ਹੈ ਇਸ ਪ੍ਰਮਾਣ ਦੇ ਰਾਹੀਂ ਕਿ ਸਾਨੂੰ ਕਦੇ ਵੀ ਕਿਸੇ ਸੰਤ ਦੀ ਸ਼ਰਨ ਪੈਣ ਦਾ ਮੌਕਾ ਬਣੇ ਤੇ ਸਾਨੂੰ ਇਹ ਗਿਆਨ ਹੋਣਾ ਚਾਹੀਦਾ ਹੈ, ਸਮਝ ਹੋਣੀ ਚਾਹੀਦੀ ਹੈ ਕਿ ਕਿਹੋ ਜਿਹਾ ਸੰਤ ਹੁੰਦਾ ਹੈ ਜਿਹਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ, ਤੇ ਕਿਹੋ ਜਿਹੇ ਠੱਗ ਲੋਕ ਹੁੰਦੇ ਨੇ ਜਿਹੜੇ ਮਨੁੱਖਤਾ ਦੇ ਨਾਲ ਠੱਗੀਆਂ ਮਾਰ ਕੇ ਆਪਣਾ ਪੇਟ ਪਾਲਦੇ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਉਹਨਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਸੋ ਇਹੋ ਜਿਹੇ ਲੋਕਾਂ ਦੇ ਕਾਰਨ ਹੀ ਗੁਰੂ ਨਾਨਕ ਸਾਹਿਬ ਨੇ ਆ ਬਚਨ ਲਿਖਿਆ ਧਨਾਸਰੀ ਰਾਗ ਵਿੱਚ। ਉਹਨਾਂ ਨੇ ਆਖਿਆ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਢੱਬ। ਕਾਲ ਮੈਨੇ ਸਮਾਂ, ਜੋਗ ਮੈਨੇ ਵਾਹਿਗੁਰੂ ਜੀ ਨਾਲ ਜੁੜਨਾ। ਇਹਨਾਂ ਲੋਕਾਂ ਦੇ ਕੋਲ ਨਾ ਤੇ ਵਾਹਿਗੁਰੂ ਜੀ ਦੇ ਨਾਲ ਜੁੜਨ ਦੀ ਜੁਗਤੀ ਏ ਤੇ ਨਾ ਹੀ ਵਾਹਿਗੁਰੂ ਜੀ ਨਾਲ ਜੁੜਨ ਦਾ ਸਮਾਂ ਹੈ ਇਹਨਾਂ ਲੋਕਾਂ ਕੋਲ, ਕਿਉਂਕਿ ਸਾਰਾ ਦਿਨ ਠੱਗੀਆਂ ਦੇ ਲੱਕ ਬੰਨਿਆ ਤੇ ਜੁੜਨਾ ਕਿਹੜੇ ਵੇਲੇ ਆ। ਲੋਕਾਂ ਨੂੰ ਹਰ ਵਕਤ ਗੁੰਮਰਾਹ ਕਰਨ ਤੇ ਤੁੱਲੇ ਹੋਏ ਨੇ ਲੋਕ ਜਿਹੜੇ ਵੀ ਇਹਨਾਂ ਧਰਮ ਸਥਾਨਾਂ ਤੇ ਬੈਠੇ ਨੇ, ਅਤੇ ਨਾ ਹੀ ਉਹਨਾਂ ਕੋਲ ਸੱਤ ਕਾ ਢੱਬ ਮੈਨੇ ਹੁੰਦਾ ਜੀ ਢੰਗ ਜਾਂ ਤਰੀਕਾ, ਵੀ ਉਹਨਾਂ ਲੋਕਾਂ ਕੋਲ ਕੋਈ ਚੰਗਾ ਆਚਰਨ ਵੀ ਨਹੀਂ। ਯਾਨੀ ਹਰ ਪੱਖੋਂ ਇਹ ਡਿੱਗੇ ਹੋਏ ਲੋਕ ਨੇ, ਗਿਰੇ ਹੋਏ ਲੋਕ ਨੇ, ਜਿਹੜੇ ਧਰਮ ਮੰਦਰਾਂ ਦੇ ਵਿੱਚ ਪੂਜਾ ਪਾਠ ਕਰਨ ਵਾਸਤੇ ਆਪਣੇ ਆਪ ਨੂੰ ਉਹਨਾਂ ਨੇ ਲੋਕਾਂ ਦੇ ਸਾਹਮਣੇ ਲਿਆਂਦਾ ਹੋਇਆ ਇੱਕ ਧਾਰਮਿਕ ਆਗੂ ਦੇ ਨਾਤੇ ਵਜੋਂ। ਇਸ ਕਾਰਨ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰ ਹੈ, ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਥਾ ਨਸ਼ਟ ਦਾ ਮਤਲਬ ਹੁੰਦਾ ਜਿਹੜੇ ਪੂਜਨਯੋਗ ਥਾਵਾਂ ਨੇ, ਜਿੱਥੇ ਜਾ ਕੇ ਲੋਕ ਮੱਥੇ ਟੇਕਦੇ ਨੇ, ਪੂਜਾ ਕਰਦੇ ਨੇ, ਭੇਟਾ ਚੜਾਉਂਦੇ ਨੇ। ਯਾਨੀ ਇਹ ਥਾਨ ਇਸ਼ਟ ਦੋ ਸ਼ਬਦਾਂ ਤੋਂ ਬਣਿਆ ਹੋਇਆ। ਇਸ਼ਟ ਮੈਨੇ ਜਿਹੜੇ ਪੂਜਨਯੋਗ ਥਾਂ ਨੇ, ਮਹਾਂਪੁਰਸ਼ਾਂ ਦੇ, ਦੇਵੀ ਦੇਵਤਿਆਂ ਦੇ, ਗੁਰੂ ਜਨਾਂ ਦੇ, ਇਹ ਜਿਹੜੇ ਥਾਂ ਨੇ ਜਗ ਭ੍ਰਿਸ਼ਟ ਹੋਏ। ਜਗਤ ਦੇ ਸਾਰੇ ਹੀ ਇਹੋ ਜਿਹੇ ਥਾਂ ਜਿਹੜੇ ਨੇ ਉਹ ਭ੍ਰਿਸ਼ਟ ਹੋ ਗਏ ਨੇ, ਕਿਸੇ ਵਿਰਲੇ ਥਾਂ ਨੂੰ ਛੱਡ ਕੇ। ਡੂਬਤਾ ਏਵ ਜਗ। ਗੁਰੂ ਨਾਨਕ ਸਾਹਿਬ ਦਾ ਵਿਚਾਰ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਧਰਮ ਸਥਾਨਾਂ ਤੇ ਬਣ ਜਾਂਦੇ ਨੇ, ਇਹ ਜਗਤ ਦੇ ਡੁੱਬਣ ਦੀ ਇੱਕ ਜ਼ਾਹਰਾ ਨਿਸ਼ਾਨੀ ਸਾਹਮਣੇ ਆ ਜਾਂਦੀ ਏ। ਤੇ ਅੱਜ ਜੇ ਤੁਸੀਂ ਪੂਰੀ ਦੁਨੀਆ ਵਿੱਚ ਨਿਗਾਹ ਮਾਰ ਕੇ ਵੇਖੋ ਕਿ ਜਿੰਨੇ ਘਟੀਆ ਕਰਮ ਇਹਨਾਂ ਕਹੇ ਜਾਂਦੇ ਅਖੌਤੀ ਧਰਮ ਸਥਾਨਾਂ ਤੇ ਹੋ ਰਹੇ ਨੇ, ਉਹਨੇ ਸ਼ਾਇਦ ਬਾਹਰ ਨਾ ਹੁੰਦੇ ਹੋਣ। ਮੈਂ ਫਿਰ ਦੁਬਾਰਾ ਕਹਿਣਾ ਚਾਹਾਂਗਾ, ਆਪਾਂ ਸਾਰਿਆਂ ਥਾਵਾਂ ਦੀ ਗੱਲ ਨਹੀਂ ਕਰਦੇ, ਲੇਕਿਨ ਬਹੁ ਗਿਣਤੀ ਇਹੋ ਕੁਛ ਹੋ ਰਿਹਾ। ਲੋਕਾਂ ਨਾਲ ਠੱਗੀ ਹੋ ਰਹੀ ਹੈ, ਲੋਕਾਂ ਨਾਲ ਧੋਖਾ ਹੋ ਰਿਹਾ ਹੈ, ਉੱਥੇ ਰਹਿਣ ਵਾਲੇ ਲੋਕਾਂ ਦਾ ਆਚਰਨ ਵੀ ਚੰਗਾ ਨਹੀਂ। ਸੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਆਖਣੀ ਪਈ ਕਿ ਨਾ ਤੇ ਇਹਨਾਂ ਲੋਕਾਂ ਦੇ ਕੋਲ ਵਾਹਿਗੁਰੂ ਜੀ ਨਾਲੇ ਜੁੜੇ ਹੋਏ ਨੇ, ਨਾ ਹੀ ਇਹਨਾਂ ਕੋਲ ਜੁੜਨ ਦਾ ਸਮਾਂ ਹੈ, ਨਾ ਹੀ ਇਹਨਾਂ ਦਾ ਚੰਗਾ ਕੋਈ ਚਾਲ ਚੱਲਣ ਹੈ। ਇਸ ਕਰਕੇ ਇਹ ਜਿਹੜੇ ਪੂਜਨਯੋਗ ਸਥਾਨ ਸਨ ਉਹ ਭ੍ਰਿਸ਼ਟ ਹੋ ਗਏ ਨੇ, ਤੇ ਇਹ ਨਿਸ਼ਾਨੀ ਹੈ ਜਗਤ ਦੇ ਭਵ ਸਾਗਰ ਵਿੱਚ ਡੁੱਬਣ ਦੀ। ਗੁਰੂ ਸਾਹਿਬ ਨੇ ਆਖਿਆ, ਕੱਲ ਮਹਿ ਰਾਮ ਨਾਮ ਸਾਰ, ਅੱਖੀਂ ਤਾਂ ਮੀਟਹਿ ਨਾਕ ਪਕੜੈ, ਠੱਗਣ ਕੋ ਸੰਸਾਰ। ਵੇਖੋ ਕਿੰਨਾ ਸਪਸ਼ਟ ਹੈ ਵੀ ਕਲਯੁਗ ਦੇ ਅੰਦਰ ਹੈ ਤਾਂ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਸਰਬ ਸ੍ਰੇਸ਼ਟ ਹੈ। ਇਸ ਚੱਲ ਰਹੇ ਸਮੇਂ ਵਿੱਚ ਪਰਮਾਤਮਾ ਦਾ ਨਾਮ ਸਰਬ ਸ੍ਰੇਸ਼ਟ ਹੈ। ਇਹਦੇ ਤੁਲ ਗੁਰੂ ਜੀ ਨੇ ਆਖਿਆ ਆਪਾਂ ਨੂੰ ਸੁਖਮਨੀ ਸਾਹਿਬ ਦੇ ਵਿੱਚ ਹੀ, ਨਹੀਂ ਤੁਲ ਰਾਮ ਨਾਮ ਵਿਚਾਰ। ਪਰਮਾਤਮਾ ਦੇ ਨਾਮ ਸਿਮਰਨ ਦੇ ਬਰਾਬਰ ਹੋਰ ਕੋਈ ਵਿਚਾਰ ਪਹੁੰਚਦੀ ਹੀ ਨਹੀਂ। ਭਾਵ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ, ਮਾਲਕ ਨੂੰ ਯਾਦ ਰੱਖਣਾ,
ਇਹ ਸਰਬ ਸ੍ਰੇਸ਼ਟ ਕਰਮ ਹੈ, ਸਾਨੂੰ ਇਹ ਕਰਨਾ ਚਾਹੀਦਾ ਹੈ। ਪਰ ਇਹ ਜਿਹੜੇ ਲੋਕ ਨੇ ਇਹਨਾਂ ਥਾਵਾਂ ਤੇ ਬੈਠੇ ਧਰਮ ਸਥਾਨਾਂ ਤੇ ਅੱਖੀਂ ਤਾਂ ਮੀਟੈ ਹੈ ਨਾਕ ਪਕੜੈ, ਅੱਖਾਂ ਮੀਟਦੇ ਨੇ, ਨੱਕ ਨੂੰ ਫੜਦੇ ਨੇ, ਕਈ ਕੰਨਾਂ ਨੂੰ ਬੰਦ ਕਰਦੇ ਨੇ, ਕਈ ਕੁਛ ਲੋਕ ਕਰਦੇ ਨੇ। ਕਿਉਂ ਕਰਦੇ ਨੇ? ਠੱਗਣ ਕੋ ਸੰਸਾਰ, ਸੰਸਾਰ ਨੂੰ ਠੱਗਣ ਵਾਸਤੇ, ਸੰਸਾਰਿਕ ਲੋਕਾਂ ਦੇ ਨਾਲ ਧੋਖਾ ਕਰਨ ਵਾਸਤੇ। ਸੋ ਭਾਈ ਮੈਂ ਆਖਣਾ ਚਾਹਿਆ ਹੈ ਇਹਨਾਂ ਦੋ ਪ੍ਰਮਾਣਾਂ ਦੇ ਰਾਹੀਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਆਖਿਆ ਕਿ ਸੰਤਾਂ ਦੀ ਸ਼ਰਨ ਪੈਣਾ ਚਾਹੀਦਾ ਹੈ, ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ। ਪਰ ਸਾਨੂੰ ਪਹਿਚਾਣ ਹੋਣੀ ਚਾਹੀਦੀ ਹੈ ਸੰਤ ਕੌਣ ਹੈ ਤੇ ਅਸੰਤ ਕੌਣ ਹੈ। ਜਿਹੜਾ ਸੰਤ ਦੀ ਪਰਿਭਾਸ਼ਾ ਉਹਦੇ ਉੱਤੇ ਪੂਰਾ ਕੌਣ ਵਿਅਕਤੀ ਉਤਰਦਾ ਹੈ ਤੇ ਸੰਤ ਦੇ ਨਾਂ ਤੇ ਠੱਗੀਆਂ ਕੌਣ ਮਾਰ ਰਿਹਾ, ਇਹ ਸਾਨੂੰ ਸਮਝ ਹੋਣੀ ਚਾਹੀਦੀ ਹੈ। ਤੇ ਮੈਂ ਆਪ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਵੀ ਝਾਤੀ ਮਾਰ ਕੇ ਵੇਖਣਾ, ਮੈਂ ਤੇ ਬਈ ਰੋਜ਼ ਹੀ ਵੇਖਦਾ ਰਹਿਣਾ, ਇਸ ਤਰ੍ਹਾਂ ਨਾ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਕਿ ਫਲਾਣਾ ਇੱਕ ਸੰਤ ਹੈਗਾ ਹੈ ਜਿਹਦੀ ਅਸੀਂ ਜਾ ਕੇ ਸ਼ਰਨ ਵਿੱਚ ਪੈ ਜਾਈਏ, ਜਿਹਦੀ ਸੰਗਤ ਵਿੱਚ ਚਲੇ ਜਾਈਏ ਤੇ ਸਾਡਾ ਜੀਵਨ ਜਿਹੜਾ ਸੁਧਰ ਜਾਏ। ਕੋਈ ਨਜ਼ਰ ਨਹੀਂ ਆ ਰਿਹਾ। ਮੈਨੂੰ 5-4 ਬੰਦੇ ਬਹੁਤ ਚੰਗੇ ਨਜ਼ਰ ਆਏ ਨੇ, ਜਿਹੜੇ ਬੜੇ ਚੰਗੇ ਨੇ, ਬੜੇ ਬੀਬੇ ਨੇ, ਬੜੇ ਭਜਨੀਕ ਨੇ, ਰੱਬ ਦੇ ਨਾਮ ਵਾਲੇ ਨੇ, ਲੋਕਾਂ ਨੂੰ ਭਲੇ ਪਾਸੇ ਲਾਉਂਦੇ ਨੇ। ਲੇਕਿਨ ਉਹ ਵੀ ਨਾ ਕਿਸੇ ਕੋਈ ਸੰਪਰਦਾ ਨਾਲ ਜੁੜਿਆ ਹੈ, ਕੋਈ ਕਿਸੇ ਫਿਰਕੇ ਨਾਲ ਜੁੜਿਆ ਹੈ, ਕੋਈ ਕਿਸੇ ਧਰਮ ਨਾਲ, ਅਖੌਤੀ ਧਰਮ ਨਾਲ ਜੁੜਿਆ ਹੈ। ਸੋ ਉਹ ਵੀ ਮੈਨੂੰ ਕਿਤੇ ਨਾ ਠੀਕ ਨਹੀਂ ਗੱਲ ਜਾਪਦੀ। ਜਿਹੜਾ ਸੰਤ ਹੁੰਦਾ ਹੈ ਨਾ ਜੀ, ਸੰਤ ਕਿਸੇ ਫਿਰਕੇ ਨਾਲ ਨਹੀਂ ਜੁੜਦਾ। ਸੰਤ ਜਿਹੜਾ ਹੈ ਉਹ ਕਿਸੇ ਇੱਕ ਜਾਤੀ ਦਾ ਨਹੀਂ ਹੁੰਦਾ, ਜਾਤੀ ਦੇ ਲੋਕਾਂ ਦਾ ਨਹੀਂ ਹੁੰਦਾ। ਸੰਤ ਜਿਹੜਾ ਹੈ ਉਹ ਕਿਸੇ ਇੱਕ ਇਲਾਕੇ ਦੇ ਲੋਕਾਂ ਦਾ ਨਹੀਂ ਹੁੰਦਾ। ਸੰਤ ਸਾਰਿਆਂ ਵਾਸਤੇ ਹੁੰਦਾ ਹੈ। ਤੇ ਜਦੋਂ ਇਹ ਫਿਰਕਿਆਂ ਨਾਲ, ਇਹ ਸੰਪਰਦਾਵਾਂ ਨਾਲ ਜੁੜ ਜਾਂਦੇ ਨੇ ਤੇ ਫਿਰ ਸੱਚ ਜਾਣਿਆ ਜੇ ਕਿ ਲੋਕ ਨਾ ਸੰਕੋਚ ਕਰਦੇ ਨੇ। ਦੂਜੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਸਿੱਖ ਸੰਤਾਂ ਕੋਲ ਜਾਣ ਤੋਂ ਸੰਕੋਚ ਕਰਦੇ ਨੇ ਵੀ ਉਹ ਤੇ ਸਿੱਖ ਹੈ, ਤੇ ਜਿਹੜੇ ਸਿੱਖ ਲੋਕ ਨੇ ਦੂਜੇ ਧਰਮਾਂ ਦੇ ਸੰਤਾਂ ਕੋਲ ਜਾਣ ਤੋਂ ਸੰਕੋਚ ਕਰਦੇ ਨੇ ਜੀ ਉਹ ਤੇ ਹਿੰਦੂ ਹੈ, ਉਹ ਤੇ ਮੁਸਲਿਮ ਹੈ, ਉਹ ਤੇ ਈਸਾਈ ਹੈ, ਉਹ ਪਤਾ ਨਹੀਂ ਕੌਣ ਹੈ, ਜੈਨੀ ਬੋਧੀ ਹੈ, ਉਹਨਾਂ ਕੋਲ ਅਸੀਂ ਨਹੀਂ ਜਾਣਾ। ਤੇ ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਉਹ ਸੰਤ ਜਿਹੜੇ ਨੇ ਇਹੋ ਜਿਹੇ ਫਿਰਕਿਆਂ ਨਾਲ ਜੁੜੇ ਹੋਏ ਨੇ। ਸੋ ਇਸ ਲਈ ਨਾ ਆਮ ਜਿਹੜੀ ਪਬਲਿਕ ਹੈ, ਜਿਹੜੇ ਆਮ ਭੋਲੇ ਭਾਲੇ ਲੋਕ ਨੇ, ਉਹ ਬੜੇ ਕਸੂਤੇ ਫਸ ਜਾਂਦੇ ਨੇ। ਤੇ ਉਹਦੇ ਲਈ ਮੈਂ ਇੱਕ ਸਲਾਹ ਦੇਣਾ ਚਾਹੁੰਦਾ। ਉਹ ਸਲਾਹ ਇਹ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਛੱਡ ਕੇ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ। ਨਾ ਕੋਈ ਸੰਤ ਲੱਭਣ ਦੀ ਲੋੜ ਹੈ, ਨਾ ਕਿਸੇ ਸੰਪਰਦਾ ਨਾਲ ਜੁੜਨ ਦੀ ਲੋੜ ਹੈ, ਨਾ ਕਿਸੇ ਕਹੇ ਜਾਂਦੇ ਅਖੌਤੀ ਧਰਮ ਨੂੰ ਧਾਰਨ ਕਰਨ ਦੀ ਲੋੜ ਹੈ, ਨਾ ਕੋਈ ਕਿਸੇ ਵੱਖਰੀ ਕਿਸਮ ਦੇ ਚਿਹਨ ਚੱਕਰ ਜਾਂ ਸਰੀਰ ਉੱਤੇ ਪਾਉਣ ਦੀ ਲੋੜ ਹੈ। ਸੱਚੀ ਤੁਸੀਂ ਵੀ ਗਹਿਰਾਈ ਵਿੱਚ ਜਾ ਕੇ ਵੇਖਣਾ, ਮੈਂ ਤੇ ਬੜਾ ਸੋਚਦਾ ਰਹਿਣਾ ਵੀ ਸੱਚਮੁੱਚ ਜੇ ਇਹ ਜਿਹੜੇ ਸਰੀਰ ਉੱਤੇ ਅਸੀਂ ਚਿਹਨ ਚੱਕਰ ਪਾਉਂਦੇ ਆ, ਵੱਖ-ਵੱਖ ਕਿਸਮ ਦੇ ਕੱਪੜੇ ਲੀੜੇ ਪਾਉਂਦੇ ਆ, ਕੀ ਇਹਨਾਂ ਨਾਲ ਰੱਬ ਖੁਸ਼ ਹੁੰਦਾ ਹੋਏਗਾ? ਜੇ ਰੱਬ ਸੱਚੀ ਇਹਨਾਂ ਨਾਲ ਖੁਸ਼ ਹੁੰਦਾ ਤੇ ਉਹ ਸਾਨੂੰ ਕਦੇ ਵੀ ਬਿਨਾਂ ਕੱਪੜਿਆਂ ਤੋਂ ਸੰਸਾਰ ਵਿੱਚ ਨਾ ਭੇਜਦਾ। ਉਹ ਸਾਨੂੰ ਪਵਾ ਕੇ ਭੇਜਦਾ ਵੀ ਤੂੰ ਇਹੋ ਜਿਹੇ ਪਾ ਕੇ ਰੱਖੀ, ਤੂੰ ਇਹੋ ਜਿਹੇ ਗਲ ਵਿੱਚ ਆ, ਤੈਨੂੰ ਧਾਰਮਿਕ ਚਿੰਨ੍ਹ ਮੈਂ ਪਵਾ ਦਿੱਤੇ ਨੇ, ਤੂੰ ਇਹੋ ਹੀ ਪਾ ਕੇ ਰੱਖਣੇ ਨੇ। ਪਰ ਰੱਬ ਜੀ ਨੇ ਐਸਾ ਬਿਲਕੁਲ ਨਹੀਂ ਕੀਤਾ। ਸੋ ਆਪਾਂ ਸਮਝਣਾ ਇਹ ਹੈ ਕਿ ਸਾਡੇ ਕੋਲ ਨਾ ਗੁਰੂ ਦੀ ਪਵਿੱਤਰ ਬਾਣੀ ਹੈ, ਗੁਰੂ ਸਾਹਿਬ ਦੀ ਵਿਚਾਰਧਾਰਾ ਹੈ। ਅਸੀਂ ਕੇਵਲ ਉਹਦੇ ਨਾਲ ਜੁੜਨਾ ਹੈ, ਕਿਸੇ ਸੰਪਰਦਾ ਨਾਲ, ਕਿਸੇ ਫਿਰਕੇ ਨਾਲ, ਕਿਸੇ ਅਖੌਤੀ ਧਰਮ ਨਾਲ, ਕਿਸੇ ਬਾਣਾਧਾਰੀ ਸੰਤ ਨਾਲ ਜੁੜਨ ਦੀ ਲੋੜ ਨਹੀਂ। ਸਾਡੇ ਕੋਲ 35 ਮਹਾਂਪੁਰਸ਼ਾਂ ਦੀ ਵਿਚਾਰਧਾਰਾ ਮੌਜੂਦ ਹੈ। ਆਪਾਂ ਇਹਦੇ ਨਾਲ ਜੁੜੀਏ ਔਰ ਸੱਚੇ ਦਿਲੋਂ ਜੁੜੀਏ। ਬਾਈ ਤਰ੍ਹਾਂ ਨਾ ਇੱਕ ਇੱਕ ਸ਼ਬਦ ਪੜ੍ਹਿਆ ਕਰੀਏ,
ਉਸ ਨੂੰ ਪੜ੍ਹ ਕੇ ਉਹਦੀ ਪੂਰੀ ਗਹਿਰਾਈ ਤੱਕ ਜਾਇਆ ਕਰੀਏ। ਭਾਵੇਂ ਤੁਸੀਂ ਇਹ ਸ਼ਬਦ ਪਤਾ ਨਹੀਂ ਕਿੰਨੀ ਵਾਰੀ ਪੜ੍ਹਿਆ ਹੋਏਗਾ, ਗੁਰੂ ਪਹਿਲੇ ਪਾਤਸ਼ਾਹ ਦਾ ਜਿਹੜਾ ਆਪਾਂ ਹੁਣ ਪੜ੍ਹ ਰਹੇ ਹਾਂ, ਤੇ ਜਿਹੜਾ ਇਸ ਤੋਂ ਪਿਛਲਾ ਸੀ ਕਬੀਰ ਸਾਹਿਬ ਦਾ ਬਹੁਤ ਵਾਰੀ ਪੜ੍ਹਿਆ ਹੋਏਗਾ, ਪਰ ਇਸ ਤਰ੍ਹਾਂ ਨਾ ਆਪਾਂ ਉਹਦੀ ਗਹਿਰਾਈ ਤੱਕ ਨਹੀਂ ਜਾਂਦੇ, ਉਹਦੀ ਡੂੰਘਾਈ ਤੱਕ ਨਹੀਂ ਜਾਂਦੇ ਵੀ ਇਹਦੇ 'ਚ ਗੁਰੂ ਜੀ ਜਾਂ ਭਗਤ ਸਾਹਿਬਾਨ ਸਾਨੂੰ ਆਖਣਾ ਕੀ ਚਾਹ ਰਹੇ ਨੇ, ਉਹ ਕਿਹੋ ਜਿਹੇ ਹਾਲਾਤਾਂ ਦਾ ਵਰਣਨ ਕਰਦੇ ਨੇ। ਇਹ ਚੀਜ਼ਾਂ ਸਾਨੂੰ ਸਮਝਣੀਆਂ ਹੋਣਗੀਆਂ, ਤੇ ਫਿਰ ਅਸੀਂ ਇਹਨਾਂ ਅਖੌਤੀ ਕਹੇ ਜਾਂਦੇ ਸਾਧੂਆਂ ਸੰਤਾਂ ਦੇ ਚੁੰਗਲ 'ਚੋਂ ਨਿਕਲ ਪਾਵਾਂਗੇ। ਸਾਨੂੰ ਨਿਕਲਣਾ ਚਾਹੀਦਾ ਹੈ, ਸਾਨੂੰ ਨਹੀਂ ਫਸਣਾ ਚਾਹੀਦਾ। ਆਪਾਂ ਗੁਰੂ ਦੀ ਬਾਣੀ ਪੜ੍ਹਨ ਵਾਲੇ ਲੋਕ ਹਾਂ, ਗੁਰੂ ਦੀ ਬਾਣੀ ਦੀ ਵਿਚਾਰ ਕਰਨ ਵਾਲੇ ਲੋਕ ਹਾਂ, ਤੇ ਸਾਨੂੰ ਬੜਾ ਸਮਝ ਸੋਚ ਕੇ ਆਪਣਾ ਜਿਹੜਾ ਕਦਮ ਹੈ ਨਾ ਧਰਮ ਦੇ ਰਸਤੇ ਉੱਤੇ ਰੱਖਣਾ ਚਾਹੀਦਾ ਹੈ। ਸੋ ਮੈਂ ਵੀ ਕਹਿਣਾ ਚਾਹਾਂਗਾ ਕਿ ਕਦੇ ਵੀ ਤੁਹਾਨੂੰ ਕਿਤੇ ਸਾਧੂ ਮਹਾਂਪੁਰਸ਼ ਦੀ ਸੰਗਤ ਕਰਨ ਦਾ ਸੁਭਾਗ ਮਿਲੇ ਤੇ ਸੰਗਤ ਕਰ ਲੈਣੀ ਚਾਹੀਦੀ ਹੈ, ਪਰ ਫਿਰ ਉਹੀ ਗੱਲ ਹੈ ਕਿ ਧਿਆਨ ਰੱਖਣਾ ਹੈ ਕਿ ਕਿਤੇ ਅਸੀਂ ਕਸੂਤੇ ਨਾ ਫਸ ਜਾਈਏ। ਉਹ ਜ਼ਰੂਰ ਚੇਤਾ ਰੱਖਣਾ, ਉਹ ਨਾ ਕਦੇ ਵੀ ਭੁਲਾਉਣਾ। ਸੋ ਆਪਾਂ ਇਸ ਅਸ਼ਟਪਦੀ ਵਿੱਚ ਨਾ ਦੋ ਤਰ੍ਹਾਂ ਦੇ ਲੋਕਾਂ ਨੂੰ ਸਮਝ ਲਿਆ ਹੈ। ਸੰਤ ਕਿਸ ਨੂੰ ਆਖਦੇ ਨੇ ਤੇ ਸੰਤ ਕਿਸ ਨੂੰ ਨਹੀਂ ਆਖਿਆ ਜਾ ਸਕਦਾ, ਭਾਵੇਂ ਉਹਨੇ ਕਿਹੋ ਜਿਹਾ ਬਾਣਾ ਪਾਇਆ ਹੋਵੇ, ਕਿਹੋ ਜਿਹਾ ਰੂਪ ਬਣਾਇਆ ਹੋਵੇ। ਸੋ ਇਹ ਗੱਲ ਆਪਾਂ ਹੁਣ ਪੱਕੀ ਧਿਆਨ 'ਚ ਵਸਾ ਲੈਣੀ ਹੈ। ਸੋ ਆਓ ਹੁਣ ਅੱਜ ਦਾ ਬੰਦ ਸ਼ੁਰੂ ਕਰਦੇ ਹਾਂ। ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਸੰਤ ਕਾ ਨਿੰਦਕ ਮਹਾ ਅਤ ਤਾਈ। ਸੰਤ ਦੀ ਨਿੰਦਿਆ ਕਰਨ ਵਾਲਾ। ਉਹ ਜਿਹੜੇ ਨਿੰਦਿਆ ਦੇ ਅਰਥ ਨੇ ਆਪਾਂ ਇਹ ਪਹਿਲੇ ਦਿਨ ਸਮਝੇ ਸਨ ਪਹਿਲੀ ਕਲਾਸ ਵਿੱਚ, ਕਿ ਕਿਸੇ ਬੰਦੇ ਵਿੱਚੋਂ ਨਾ ਦੋਸ਼ ਲੱਭਣਾ, ਭਾਵੇਂ ਉਹਦੇ 'ਚ ਹੋਵੇ ਜਾਂ ਨਾ ਹੋਵੇ, ਉਹਦੇ ਉੱਤੇ ਥੋਪਣਾ ਕਿ ਆਹ ਇਹਦੇ ਵਿੱਚ ਦੋਸ਼, ਉਸ ਨੂੰ ਨਿੰਦਿਆ ਆਖਦੇ ਨੇ। ਸੋ ਇਹੋ ਜਿਹੇ ਬੰਦੇ ਜਿਹੜੇ ਦੂਜਿਆਂ ਵਿੱਚੋਂ ਦੋਸ਼ ਲੱਭਦੇ ਨੇ, ਉਹ ਨਿੰਦਕ ਹੀ ਹੁੰਦੇ ਨੇ। ਜਿੰਨੇ ਵੀ ਅਸੀਂ ਸੰਸਾਰ ਵਿੱਚ ਲੋਕ ਰੱਬ ਜੀ ਨੇ ਸਾਨੂੰ ਪੈਦਾ ਕੀਤਾ ਨਾ ਜੀ, ਸਾਡੇ ਸਾਰਿਆਂ ਵਿੱਚ ਦੋਸ਼ ਵੀ ਹਨ ਤੇ ਗੁਣ ਵੀ ਹਨ। ਐਸਾ ਨਹੀਂ ਕਿ ਸਾਡੇ ਸਭਨਾਂ ਵਿੱਚ ਕੋਈ ਗੁਣ ਹੈ ਹੀ ਨਹੀਂ, ਗੁਣ ਵੀ ਹਨ, ਦੋਸ਼ ਵੀ ਹਨ। ਜਿਹੜਾ ਨਿੰਦਕ ਹੁੰਦਾ ਹੈ ਉਹ ਸਿਰਫ ਦੋਸ਼ ਲੱਭਦਾ ਹੈ। ਜਿਹੜਾ ਸਤੋਗੁਣੀ ਸੁਭਾਅ ਦਾ ਮਾਲਕ ਹੁੰਦਾ ਹੈ ਉਹ ਹਰ ਬੰਦੇ 'ਚੋਂ ਗੁਣ ਲੱਭਦਾ ਹੈ। ਸੋ ਅਸੀਂ ਵੈਸੇ ਤੇ ਸਤੋਗੁਣ ਵੀ ਮਾਇਆ ਦਾ ਹੀ ਇੱਕ ਗੁਣ ਹੈ, ਲੇਕਿਨ ਇਹ ਸਰਬ ਸ੍ਰੇਸ਼ਟ ਗੁਣ ਹੈ। ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ। ਇਹ ਜਿਹੜਾ ਸਤੋ ਗੁਣ ਹੈ ਨਾ, ਮਾਇਆ ਦੇ ਤਿੰਨਾਂ ਗੁਣਾਂ ਵਿੱਚੋਂ ਸ੍ਰੇਸ਼ਟ ਗੁਣ ਹੈ। ਸਾਨੂੰ ਇਹ ਗੁਣ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਅਸੀਂ ਕਿਸੇ ਵੀ ਮਨੁੱਖ ਨੂੰ ਮਿਲੀਏ, ਕਿਸੇ ਸੰਤ ਨੂੰ ਮਿਲੀਏ, ਕਿਸੇ ਮਹਾਂਪੁਰਸ਼ ਨੂੰ ਮਿਲੀਏ, ਕਿਸੇ ਆਮ ਆਦਮੀ ਨੂੰ ਮਿਲੀਏ, ਤੇ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਉਹਦੇ ਦੋਸ਼ਾਂ ਵੱਲ ਝਾਤੀ ਮਾਰੀਏ, ਉਹਦੇ ਔਗਣਾਂ ਵੱਲ ਝਾਤੀ ਮਾਰੀਏ। ਸਾਨੂੰ ਚਾਹੀਦਾ ਅਸੀਂ ਉਹਦੇ ਗੁਣਾਂ ਵੱਲ ਝਾਤੀ ਮਾਰੀਏ। ਸੋ ਮੈਂ ਕਈ ਵਾਰੀ ਆਪ ਜੀ ਨੂੰ ਬੇਨਤੀ ਕਰ ਚੁੱਕਾ ਹਾਂ ਕਿ ਆਪਾਂ ਨੂੰ ਚਾਹੀਦਾ ਕਿ ਅਸੀਂ ਜੇ ਦੋਸ਼ ਵੇਖਣੇ ਹੋਣ ਤੇ ਆਪਾਂ ਆਪਣੇ ਵੇਖੀਏ ਕਿ ਮੇਰੇ ਵਿੱਚ ਕਿਹੜੇ ਕਿਹੜੇ ਔਗਣ ਨੇ। ਜੇ ਗੁਣ ਵੇਖਣੇ ਹੋਣ ਤੇ ਕਿਸੇ ਦੂਜੇ ਦੇ ਵੇਖੀਏ ਕਿ ਉਸ ਬੰਦੇ ਵਿੱਚ ਕਿਹੜੇ ਕਿਹੜੇ ਗੁਣ ਨੇ। ਇਹ ਵੇਖਣਾ ਹੈ ਆਪਾਂ। ਸੰਤ ਕਾ ਨਿੰਦਕ, ਜਿਹੜਾ ਸੰਤ ਦੀ ਨਿੰਦਿਆ ਕਰਨ ਵਾਲਾ ਆਦਮੀ ਹੈ ਨਾ, ਉਹ ਮਾਨੋ ਮਹਾਨ ਅੱਤਵਾਦੀ ਹੈ। ਹੁਣ ਅੱਤਵਾਦੀ ਦੀ ਪਰਿਭਾਸ਼ਾ ਦੱਸਣ ਦੀ ਕੋਈ ਲੋੜ ਨਹੀਂ। ਇਸ ਪੂਰੀ ਧਰਤੀ ਦੇ ਉੱਤੇ ਜਿੰਨਾ ਉਪੱਦਰ ਮਚਾਇਆ, ਜਿਨ੍ਹਾਂ ਲੋਕਾਂ ਨੇ ਮਚਾਇਆ, ਉਹਨਾਂ ਨੂੰ ਅੱਤਵਾਦੀ ਆਖਦੇ ਨੇ। ਉਹ ਕੋਈ ਵੀ ਹੋਣ, ਚਾਹੇ ਉਹ ਕਿਸੇ ਫਿਰਕੇ ਨਾਲ, ਕਿਸੇ ਕਬੀਲੇ ਨਾਲ, ਕਿਸੇ ਧੜੇ ਨਾਲ ਸੰਬੰਧ ਰੱਖਦੇ ਹੋਣ। ਜਿਹੜੇ ਲੋਕ ਉਪੱਦਰ ਮਚਾਉਂਦੇ ਨੇ, ਲੋਕਾਂ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੰਦੇ, ਉਹ ਬਿਨਾਂ ਵਜ੍ਹਾ ਤੋਂ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਨੂੰ ਅੱਤਵਾਦੀ ਆਖਦੇ ਨੇ। ਤੇ ਗੁਰੂ ਸਾਹਿਬ ਦਾ ਵਿਚਾਰ ਹੈ ਉਹ ਕੇਵਲ ਅੱਤਵਾਦੀ ਨਹੀਂ, ਉਹ ਮਹਾ ਅੱਤਵਾਦੀ ਏ ਜਿਹੜਾ ਸੰਤ ਦੀ ਨਿੰਦਿਆ ਕਰਦਾ ਹੈ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ।
ਹੁਣ ਤੁਸੀਂ ਆਪ ਅੰਦਾਜ਼ਾ ਲਾਓ, ਜਿਹੜਾ ਬੰਦਾ ਅੱਤਵਾਦੀ ਹੋਵੇ ਕੀ ਉਹ ਟਿਕ ਕੇ ਬਹਿ ਜਾਏਗਾ ਕਿਤੇ? ਉਹਨੂੰ ਰਾਤ ਦਿਨ ਇੱਕ ਪੁਲਿਸ ਦਾ ਡਰ, ਯਾਨੀ ਪੁਲਿਸ ਦਾ ਆਖੋ ਜਾਂ ਕਾਨੂੰਨ ਦਾ ਆਖ ਲਵੋ, ਉਹਨੂੰ ਰਾਤ ਦਿਨੇ ਕਾਨੂੰਨ ਦਾ ਡਰ, ਉਹਨੂੰ ਰਾਤ ਦਿਨੇ ਸਮਾਜ ਦਾ ਡਰ, ਉਹਨੂੰ ਰਾਤ ਦਿਨੇ ਆਪਣੇ ਭੈਣਾਂ ਭਰਾਵਾਂ ਤੋਂ ਖਤਰਾ, ਯਾਨੀ ਉਹਨੂੰ ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ ਮਨ ਵਿੱਚ, ਤੇ ਉਹਨੂੰ ਨਾ ਰਾਤ ਨੀਂਦ ਆਉਂਦੀ ਹੈ ਨਾ ਦਿਨੇ ਚੈਨ ਆਉਂਦਾ ਹੈ। ਖਿੰਨ ਟਿਕਣ ਨਾ ਪਾਈ ਤੋਂ ਮਤਲਬ ਹੈ ਕਿ ਇੱਕ ਛਿਨ ਵੀ ਉਹਨੂੰ, ਉਹਦੇ ਮਨ ਨੂੰ ਤਸੱਲੀ ਨਹੀਂ ਮਿਲਦੀ, ਉਹਨੂੰ ਟਿਕਾ ਨਹੀਂ ਮਿਲਦਾ। ਜਿਹੜੇ ਲੋਕ ਸ਼ੁਭ ਗੁਣਾਂ ਵਾਲੇ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਬੜੇ ਪਿਆਰ ਨਾਲ, ਸਹਿਜ ਵਿੱਚ, ਸੰਤੋਖ ਵਿੱਚ, ਸਬਰ ਵਿੱਚ ਤੇ ਬੜੀ ਸ਼ਾਂਤੀ ਵਿੱਚ ਸਹਿਜ ਸੁਭਾਏ ਜ਼ਿੰਦਗੀ ਜਿਉਂਦੇ ਨੇ। ਉਹ ਰਾਤ ਨੂੰ ਰੱਜ ਕੇ ਸੌਂਦੇ ਨੇ, ਦਿਨੇ ਉੱਠ ਕੇ ਧਰਮ ਦੀ ਕਿਰਤ ਕਰਦੇ ਨੇ। ਉਹਨਾਂ ਨੂੰ ਕੋਈ ਖਤਰਾ ਨਹੀਂ, ਨਾ ਕਿਸੇ ਕਾਨੂੰਨ ਦਾ, ਨਾ ਕਿਸੇ ਪੁਲਿਸ ਦਾ, ਨਾ ਕਿਸੇ ਸਮਾਜ ਦਾ, ਨਾ ਕਿਸੇ ਦੂਜੇ ਤੀਜੇ ਦਾ। ਉਹ ਸੁੱਖ ਦੀ ਨੀਂਦ ਸੌਂਦੇ ਨੇ ਤੇ ਆਪਣਾ ਕਰਮ ਕਰਦੇ ਨੇ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ। ਪਰ ਜਿਹੜੇ ਉਗਰਵਾਦੀ ਕਿਸਮ ਦੇ, ਅੱਤਵਾਦੀ ਕਿਸਮ ਦੇ ਲੋਕ ਹੁੰਦੇ ਨੇ, ਉਹਨਾਂ ਨੂੰ ਕਦੀ ਟਿਕਾਈ ਨਹੀਂ ਮਿਲਦੀ। ਹਰ ਵਕਤ ਉਹਨਾਂ ਦੇ ਸਿਰ ਤੇ ਉਹ ਡਰ ਦੀ ਜਿਹੜੀ ਤਲਵਾਰ ਹੈ ਨਾ, ਉਹ ਲਟਕਦੀ ਹੀ ਰਹਿੰਦੀ ਹੈ। ਪਤਾ ਨਹੀਂ ਕਿਸ ਵੇਲੇ ਮੈਂ ਕਿੱਧਰੋਂ ਪਕੜਿਆ ਜਾਣਾ ਹੈ ਜਾਂ ਕੀ ਮੇਰੇ ਨਾਲ ਹੋ ਜਾਣਾ ਹੈ। ਪਰ ਇੱਥੇ ਆਖਿਆ ਜਿਹੜਾ ਸੰਤ ਦੀ ਨਿੰਦਿਆ ਕਰਨ ਵਾਲਾ ਬੰਦਾ ਏ, ਬਸ ਉਹ ਵੀ ਉਸ ਮਹਾਨ ਵੱਡੇ ਅੱਤਵਾਦੀ ਵਰਗਾ ਹੁੰਦਾ ਹੈ। ਉਹਨੂੰ ਵੀ ਕਿਤੇ ਟਿਕਣਾ ਨਹੀਂ ਮਿਲਦਾ। ਉਹਦੇ ਵੀ ਮਨ ਵਿੱਚ ਹਰ ਵਕਤ ਧੁੜਕੂ ਲੱਗਾ ਰਹਿੰਦਾ ਹੈ ਕਿ ਮੇਰਾ ਪਤਾ ਨਹੀਂ ਕੀ ਬਣਨਾ। ਮੈਂ ਵੈਸੇ ਅੰਦਰੋਂ ਤੇ ਆਵਾਜ਼ ਆਉਂਦੀ ਹੈ ਜੀ ਕਿ ਮੈਂ ਗਲਤ ਕੰਮ ਕਰਨਾ ਪਿਆ, ਮੈਂ ਉਸ ਫਲਾਣੇ ਬੰਦੇ ਦੀ ਬਿਨਾਂ ਵਜ੍ਹਾ ਤੋਂ ਨਿੰਦਿਆ ਪਿਆ ਕਰਦਾ, ਉਹਦੇ ਵਿੱਚ ਮੈਂ ਬਿਨਾਂ ਵਜ੍ਹਾ ਤੋਂ ਔਗਣ ਥੋਪ ਰਿਹਾ ਹਾਂ। ਪਤਾ ਤੇ ਅੰਦਰੋਂ ਲੱਗਦਾ ਹੀ ਏ, ਤੇ ਉਹਦਾ ਮਨ ਨਾ ਜੀ ਇੱਕ ਖਿਣ ਵਾਸਤੇ ਵੀ ਟਿਕਦਾ ਨਹੀਂ। ਅੱਗੇ ਗੁਰੂ ਜੀ ਨੇ ਆਖਿਆ, ਸੰਤ ਕਾ ਨਿੰਦਕ ਮਹਾ ਹਤਿਆਰਾ। ਵੇਖੋ, ਉਹ ਸੀ ਮਹਾ ਅਤਤਾਈ ਤੇ ਇਹ ਹੈ ਮਹਾ ਹਤਿਆਰਾ। ਸੰਤਾਂ ਦੀ ਜਾਂ ਸੰਤ ਦੀ ਨਿੰਦਿਆ ਕਰਨ ਵਾਲਾ ਬੰਦਾ ਵੱਡਾ ਹਥਿਆਰਾ ਹੁੰਦਾ ਹੈ, ਕਾਤਲ ਹੁੰਦਾ ਹੈ, ਜ਼ਾਲਮ ਹੁੰਦਾ ਹੈ। ਜਿਹੋ ਜਿਹਾ ਜਹਾਂਗੀਰ ਸੀ, ਜਿਹੋ ਜਿਹਾ ਔਰੰਗਜ਼ੇਬ ਸੀ, ਜਿਹੋ ਜਿਹੇ ਕਈ ਲੋਕ ਹੋਏ ਨੇ। ਉਹ ਜਰਮਨੀ ਵਾਲਾ ਭਾਈ ਜਿਹਨੇ ਜਿਊਸ਼ ਲੋਕਾਂ ਨੂੰ ਮਾਰਿਆ ਸੀ। ਸੋ ਇਹ ਜਿਹੜੇ ਲੋਕ ਨੇ ਇਹ ਮਹਾ ਹਥਿਆਰੇ ਹੁੰਦੇ ਨੇ। ਲੇਕਿਨ ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ, ਉਹਦੇ ਵਿੱਚ ਤੇ ਇਹਨਾਂ ਵਿੱਚ ਕੋਈ ਵੀ ਫਰਕ ਨਹੀਂ ਦਰਸਾਇਆ ਗਿਆ। ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਪਰਮੇਸ਼ੁਰ ਦਾ ਮਤਲਬ ਹੁੰਦਾ ਪਰਮ ਈਸ਼ਵਰ, ਜਿਹੜਾ ਸਾਰੀਆਂ ਦੇਵੀਆਂ ਤੇ ਸਭ ਦੇਵਤਿਆਂ ਨਾਲੋਂ ਵੱਡਾ ਇੱਕ ਪ੍ਰਕਾਸ਼ ਸਰੂਪ ਪਰਮਾਤਮਾ ਹੈ। ਦੇਵਤਿਆਂ ਦਾ ਦੇਵਤਾ ਹੈ, ਦੇਵਾਂ ਦਾ ਦੇਵ ਹੈ। ਮਾਨੋ ਉਸ ਨੇ ਇਹੋ ਜਿਹੇ ਬੰਦੇ ਨੂੰ ਮਾਰਿਆ ਹੋਇਆ ਹੈ। ਪਰਮੇਸ਼ਵਰ ਕਿਸੇ ਨੂੰ ਨਹੀਂ ਮਾਰਦਾ, ਮਨੁੱਖ ਆਪਣੇ ਕਰਮਾਂ ਨਾਲ ਹਮੇਸ਼ਾ ਮਰਦਾ ਹੈ। ਪਰ ਜਿਹੜਾ ਪਰਮਾਤਮਾ ਦੀ ਨਿਗਾਹ 'ਚੋਂ ਡਿੱਗ ਜਾਂਦਾ ਹੈ, ਉਹ ਵੀ ਮਾਨੋ ਆਤਮਕ ਮੌਤੇ ਮਰ ਹੀ ਗਿਆ ਹੈ ਬੰਦਾ। ਸੋ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਇਹੋ ਜਿਹੇ ਬੰਦੇ ਜਿਹੜੇ ਸੰਤਾਂ ਦੀ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਉਹ ਵੱਡੇ ਅੱਤਵਾਦੀਆਂ ਵਰਗੇ ਹੁੰਦੇ ਨੇ, ਵੱਡੇ ਜ਼ਾਲਮਾਂ ਵਰਗੇ ਹੁੰਦੇ ਨੇ। ਉਹ ਪਰਮੇਸ਼ਵਰ ਦੀ ਨਿਗਾਹ ਤੋਂ ਡਿੱਗ ਪੈਂਦੇ ਨੇ, ਮਾਨੋ ਆਤਮਕ ਮੌਤੇ ਮਰ ਜਾਂਦੇ ਨੇ। ਇਹੋ ਜਿਹੇ ਲੋਕ ਹਾਥ ਪਛੋਰ ਹੈ, ਸਿਰ ਧਰਨ ਲਗਾ ਹੈ, ਨਿੰਦਕ ਕੋ ਦਈ ਛੋੜੈ ਨਾ ਹੈ। ਉਹ ਸਾਰੀ ਜ਼ਿੰਦਗੀ ਪਛਤਾਵਾ ਕਰਦੇ ਨੇ, ਸਾਰੀ ਜ਼ਿੰਦਗੀ ਮਾਨੋ ਆਪਣਾ ਸਿਰ ਪਟਕਦੇ ਰਹਿੰਦੇ ਨੇ ਜ਼ਮੀਨ ਤੇ, ਜਾਂ ਕੰਧਾਂ ਨਾਲ ਮਾਰਦੇ ਰਹਿੰਦੇ ਨੇ। ਭਾਵ ਇਹਦਾ ਹੈ ਕਿ ਬੜੇ ਦੁਖੀ ਹੁੰਦੇ ਰਹਿੰਦੇ ਨੇ। ਨਿੰਦਕ ਕੋ, ਇਹੋ ਜਿਹੇ ਨਿੰਦਿਆ ਕਰਨ ਵਾਲੇ ਬੰਦੇ ਨੂੰ ਦਈ ਦਾ ਮਤਲਬ ਹੁੰਦਾ ਹੈ ਜੀ ਪਰਮਾਤਮਾ। ਇਹ ਦਈਵ ਸ਼ਬਦ ਤੋਂ ਬਣਿਆ ਹੋਇਆ ਸ਼ਬਦ। ਦਈਵ ਦਾ ਮਤਲਬ ਪਰਮਾਤਮਾ ਹੁੰਦਾ ਹੈ। ਉਹ ਹਿੰਦੀ ਜਾਂ ਸੰਸਕ੍ਰਿਤ ਦਾ ਸ਼ਬਦ ਹੈ, ਉਸ ਤੋਂ ਇਹ ਸ਼ਬਦ ਬਣਿਆ ਦਈ। ਦਈ ਦਾ ਮਤਲਬ ਹੈ ਪਰਮਾਤਮਾ। ਜਿਹੜੇ ਆਮ ਮਨੁੱਖ ਹੁੰਦੇ ਨੇ ਨਾ ਜੀ, ਉਹ ਭਲੇ ਕਰਮ ਆਖੀਏ ਜਾਂ ਭਲੇ ਪੁਰਸ਼ ਆਖੀਏ,
ਉਹ ਕਿਵੇਂ ਨਾ ਕਿਵੇਂ ਉਹਨਾਂ ਦਾ ਭਲਾ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੇ ਕੋਲ ਗੁਣ ਹੁੰਦੇ ਨੇ। ਉਹਨਾਂ ਨੇ ਲੋਕ ਭਲਾਈ ਦਾ ਕੋਈ ਕੰਮ ਕੀਤਾ ਹੁੰਦਾ ਹੈ, ਕਿਸੇ ਨਾ ਕਿਸੇ ਕਰਮ ਦਾ ਸਦਕਾ ਉਹ ਔਗਣਾਂ ਤੋਂ ਬਚ ਨਿਕਲਦਾ ਹੈ ਤੇ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਜਿਹੜਾ ਮਹਾਂਪੁਰਸ਼ਾਂ ਦੀ, ਗੁਰੂ ਜਨਾਂ ਦੀ ਨਿੰਦਿਆ ਕਰਨ ਵਾਲਾ ਹੁੰਦਾ ਹੈ ਬੰਦਾ, ਉਹ ਪ੍ਰਮਾਤਮਾ ਦੀ ਨਿਗਾਹ ਤੋਂ ਕਦੇ ਬਚ ਨਹੀਂ ਸਕਦਾ। ਉਹ ਹਰ ਹਾਲਤ ਵਿੱਚ ਆਪਣੇ ਕੀਤੇ ਦਾ ਫਲ ਭੁਗਤੇਗਾ ਹੀ ਭੁਗਤੇਗਾ। ਫਲ ਤਾਂ ਜੀ ਸਭਨਾਂ ਨੂੰ ਭੁਗਤਣਾ ਪੈਂਦਾ ਆਪਣੇ ਕੀਤੇ ਦਾ, ਪਰ ਇਉਂ ਲੱਗਦਾ ਕਿ ਜਿਹੜੇ ਚੰਗੇ ਲੋਕ ਹੁੰਦੇ ਨੇ, ਜਿਵੇਂ ਸੰਸਾਰ ਦੇ ਅੰਦਰ ਭਾਵੇਂ ਕਿਸੇ ਨੇ ਮਾੜਾ ਕਰਮ ਕਰਕੇ ਉਹਨੂੰ ਜੇਲ੍ਹ ਹੀ ਕਿਉਂ ਨਾ ਹੋ ਗਈ ਹੋਵੇ, ਪਰ ਜੇ ਜੇਲ੍ਹ ਵਿੱਚ ਜਾ ਕੇ ਉਹ ਸੁਧਰ ਗਿਆ ਹੋਵੇ, ਉਹ ਚੰਗਾ ਇਨਸਾਨ ਬਣ ਗਿਆ ਹੋਵੇ, ਤੇ ਕਈ ਵਾਰੀ ਸਰਕਾਰਾਂ ਜਾਂ ਕਾਨੂੰਨ ਜਿਹੜਾ ਹੈ ਉਹ ਉਹਨਾਂ ਦੀ ਜੇਲ੍ਹ ਵੀ ਮੁਆਫ ਕਰ ਦਿੰਦਾ ਹੈ ਕਿ ਇਹ ਬੰਦਾ ਹੁਣ ਸੁਧਰ ਗਿਆ, ਇਹਨੇ ਆਪਣਾ ਜੀਵਨ ਸੁਧਾਰ ਲਿਆ ਹੈ, ਇਹਨੂੰ ਹੁਣ ਜੇਲ੍ਹ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ, ਇਹਨੂੰ ਹੁਣ ਜਾਣ ਦਿੱਤਾ ਜਾਏ, ਉਹਨੂੰ ਰਿਹਾਈ ਦੇ ਦਿੰਦੇ ਨੇ। ਸੋ ਮੈਨੂੰ ਲੱਗਦਾ ਜਿਹੜੇ ਕਾਨੂੰਨ ਸੰਸਾਰ ਵਿੱਚ ਵਰਤਦੇ ਨੇ ਨਾ ਜੀ, ਇਹ ਕਾਨੂੰਨ ਸਾਰੇ ਪਰਮੇਸ਼ਵਰ ਦੀ ਦਰਗਾਹ ਵਿੱਚ ਵੀ ਇਹੋ ਹੀ ਲਾਗੂ ਹੁੰਦੇ ਨੇ। ਸੋ ਇਸ ਲਈ ਸਾਨੂੰ ਹਮੇਸ਼ਾ ਕੁਝ ਚੰਗਾ ਹੀ ਕਰਨਾ ਚਾਹੀਦਾ, ਮਾੜਾ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਕਿਸੇ ਦੀ ਨਿੰਦਿਆ ਆਦਿਕ ਨਹੀਂ ਕਰਨੀ ਚਾਹੀਦੀ, ਸਾਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅੱਗੇ ਗੁਰੂ ਜੀ ਨੇ ਆਖਿਆ, ਸੰਤ ਕਾ ਨਿੰਦਕ ਰਾਜ ਤੇ ਹੀਨ। ਇੱਥੇ ਰਾਜ ਦਾ ਮਤਲਬ ਜੀ ਸੁਖ, ਕਿਉਂਕਿ ਰਾਜ ਜਿਹੜਾ ਰਾਜ ਭਾਗ ਹੁੰਦਾ ਸੁਖ ਹੀ ਹੁੰਦਾ ਹੈ। ਅਸੀਂ ਕਈ ਵਾਰੀ ਆਪਣੇ ਸੱਜਣਾ ਮਿੱਤਰਾਂ ਨੂੰ ਇਹ ਸ਼ਬਦ ਵਰਤ ਲੈਂਦੇ ਹਾਂ ਕਿ ਫਲਾਣਾ ਬੰਦਾ ਤੇ ਜੀ ਰਾਜ ਭੋਗਦਾ ਹੈ, ਸੁਖ ਭੋਗਦਾ ਹੈ। ਲੇਕਿਨ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਜਾਂ ਸੰਤ ਦਾ ਨਿੰਦਕ ਹੁੰਦਾ ਹੈ, ਉਹਦੇ ਸਾਰੇ ਸੁੱਖ ਜਾਂਦੇ ਰਹਿੰਦੇ ਨੇ। ਉਹਨੂੰ ਜਿਵੇਂ ਉੱਤੇ ਦੱਸਿਆ ਨਾ, ਖਿਣ ਟਿਕਣ ਨਾ ਪਾਈ, ਬਸ ਉਹਨੂੰ ਟਿਕਾ ਹੀ ਨਹੀਂ ਲੱਗਦੀ, ਮਨ ਹੀ ਮਨ ਉਹ ਦੁਖੀ ਰਹਿੰਦਾ ਹੈ। ਭਾਵੇਂ ਉਹਦੇ ਕੋਲ ਰਾਜ ਭਾਗ ਹੀ ਕਿਉਂ ਨਾ ਹੋਵੇ, ਉਹ ਰਾਜ ਭਾਗ ਵਿੱਚ ਰਹਿੰਦਾ ਹੋਇਆ ਰਾਜ ਭਾਗ ਤੋਂ ਵਾਂਝਾ ਹੋ ਜਾਂਦਾ ਹੈ ਤੇ ਦੁਖੀ ਰਹਿੰਦਾ ਹੈ। ਭਾਵ ਕਿ ਸੁੱਖਾਂ ਦੇ ਸਾਰੇ ਸਮਾਨ ਦੇ ਹੁੰਦਿਆਂ ਹੋਇਆਂ ਉਹ ਦੁਖੀ ਰਹਿੰਦਾ ਹੈ। ਸੰਤ ਕਾ ਨਿੰਦਕ ਦੁਖੀਆ ਅਰ ਦੀਨ, ਉਹ ਸਦਾ ਹੀ ਦੁਖੀ ਰਹਿੰਦਾ ਹੈ। ਤੇ ਦੀਨ ਦਾ ਮਤਲਬ ਹੁੰਦਾ ਜੀ ਆਤੁਰ ਰਹਿਣਾ, ਦੁਖੀ ਰਹਿਣਾ, ਇੱਕ ਗਰੀਬੀ ਦੀ ਹਾਲਤ ਵਿੱਚ ਰਹਿਣਾ। ਉਸ ਬੰਦੇ ਦੀ ਇਹ ਆਤਮਿਕ ਦਸ਼ਾ ਦਾ ਜ਼ਿਕਰ ਹੈ ਜੀ, ਨਾ ਕਿ ਸੰਸਾਰੀ ਦਸ਼ਾ ਦਾ। ਕਈ ਵਾਰੀ ਨਾ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਨੇ, ਧੋਖਾ ਕਰਦੇ ਨੇ, ਲੋਕਾਂ ਦੀ ਨਿੰਦਿਆ ਕਰਕੇ, ਚੁਗਲੀ ਕਰਕੇ, ਦੂਜਿਆਂ ਦਾ ਕੰਮ ਵਿਗਾੜ ਕੇ ਆਪਣਾ ਸਵਾਰ ਲੈਂਦੇ ਨੇ। ਤੇ ਅਸੀਂ ਸਮਝਦੇ ਹਾਂ ਕਿ ਬੜਾ ਚਲਾਕ ਹੈ, ਤੇ ਵੇਖੋ ਇਹਨੇ ਕਿੰਨੀ ਜਾਇਦਾਦ ਬਣਾ ਲਈ, ਉਹਨੇ ਤੇ ਉਹ ਰਾਜ ਵਾਲੀ ਕੁਰਸੀ ਵੀ ਹਥਿਆ ਲਈ। ਪਰ ਜੀ ਗੁਰੂ ਸਾਹਿਬ ਦਾ ਵਿਚਾਰ ਹੈ ਕਿ ਉਹ ਰਾਜ ਭਾਗ ਮਾਣਦਾ ਹੋਇਆ ਵੀ ਦੁਖੀ ਹੁੰਦਾ ਹੈ, ਉਹ ਆਤੁਰ ਹੁੰਦਾ ਹੈ, ਉਹ ਗਰੀਬਾਂ ਤੋਂ ਵੀ ਗਰੀਬ ਹੁੰਦਾ ਹੈ, ਕਿਉਂਕਿ ਉਹ ਆਤਮਿਕ ਮੌਤੇ ਮਰਿਆ ਹੋਇਆ ਬੰਦਾ ਹੁੰਦਾ ਹੈ। ਸੋ ਇਸ ਲਈ ਸਾਨੂੰ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਵੇਖੋ ਇਹ ਜਿਹੜੀ ਨਿੰਦਿਆ ਹੈ, ਇਹ ਕਿੰਨਾ ਵੱਡਾ ਅਵਗੁਣ ਹੈ। ਸੋ ਸਾਨੂੰ ਇਸ ਤੋਂ ਹਮੇਸ਼ਾ ਬਚਣਾ ਹੈ ਜੀ। ਆਪਾਂ ਨਾ ਇਹਦਾ ਬੜਾ ਚੇਤਾ ਰੱਖਿਆ ਕਰੀਏ, ਹਰ ਵਕਤ ਰੱਖਿਆ ਕਰੀਏ। ਵੈਸੇ ਤਾਂ ਸਾਨੂੰ ਹਰ ਔਗਣ ਦਾ ਹੀ ਚੇਤਾ ਰੱਖਣਾ ਚਾਹੀਦਾ ਹੈ, ਪਰ ਨਿੰਦਿਆ ਉੱਤੇ ਤੇ ਪੂਰੀ ਅਸ਼ਟਪਦੀ ਲਿਖ ਕੇ ਗੁਰੂ ਜੀ ਨੇ ਸਾਡੇ ਕੰਨ ਹੀ ਖੋਲ ਦਿੱਤੇ ਨੇ ਕਿ ਭਾਈ ਇਹ ਤੇ ਔਗਣ ਬੜਾ ਹੀ ਮਾੜਾ ਹੈ, ਇਹ ਤੇ ਬੜਾ ਹੀ ਮਾੜਾ ਹੈ। ਬਸ ਹਰ ਵਕਤ ਜਦੋਂ ਕੋਈ ਤੁਹਾਡੇ ਕੋਲ ਨਿੰਦਿਆ ਕਿਸੇ ਦੀ ਕਰਨ ਲੱਗੇ, ਹੱਥ ਜੋੜ ਦਿਆ ਕਰੋ ਵੀ ਵੀਰ ਨਾ ਮੇਰਾ ਵੀਰ। ਆਪਾਂ ਹੋਰ ਕੋਈ ਗੱਲ ਆਪਾਂ ਕੋਈ ਆਪਣੀ ਗੱਲ ਕਰ ਲਈ, ਉਹਦੀ ਛੱਡੋ ਪਰੇ, ਜਾਣ ਦਿਓ ਉਹਨੂੰ। ਮਤਲਬ ਇਹ ਤੋਂ ਆਪਾਂ ਬਚੀਏ, ਬੜਾ ਔਗਣ ਮਾੜਾ ਜੇ ਗੁਰੂ ਸਾਹਿਬ ਦੇ ਆਖਣ ਮੁਤਾਬਕ। ਅੱਗੇ ਆਖਦੇ ਨੇ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਵਿਜੋਗ ਦਾ ਮਤਲਬ ਹੈ ਵਿਛੋੜਾ। ਜਿਹੜਾ ਸੰਤ ਦਾ ਨਿੰਦਕ ਹੁੰਦਾ ਹੈ ਨਾ ਜੀ, ਉਸ ਨੂੰ ਸਦਾ ਹੀ ਪਰਮੇਸ਼ਵਰ ਨਾਲੋਂ, ਸ਼ੁਭ ਗੁਣਾਂ ਨਾਲੋਂ ਵਿਛੋੜਾ ਹੋਇਆ ਰਹਿੰਦਾ ਹੈ। ਉਸ ਵਿਛੋੜੇ ਦੇ ਕਾਰਨ ਜਿਹੜਾ ਆਪਣੇ ਸੋਮੇ ਨਾਲੋਂ ਟੁੱਟ ਗਿਆ, ਜਿਹੜਾ ਆਪਣੇ ਅਸਲੇ ਨਾਲੋਂ ਵਿਛੜ ਗਿਆ, ਉਹਨੇ ਤੇ ਦੁਖੀ ਹੋਣਾ ਹੀ ਹੈ ਜੀ।
ਫਿਰ ਇਹੋ ਜਿਹੇ ਬੰਦੇ ਨੂੰ ਸਾਰੇ ਰੋਗ ਆ ਚੰਬੜਦੇ ਨੇ। ਇਹ ਰੋਗ ਕਿਹੜੇ ਕਿਹੜੇ ਨੇ ਆਪਾਂ ਨਾ ਅੱਗੇ ਇੱਕ ਵਾਰੀ ਗੱਲ ਸਮਝੀ ਸੀ, ਅੱਜ ਮੈਂ ਸੰਖੇਪ ਵਿੱਚ ਗੱਲ ਕਰਨਾ ਚਾਹਾਂਗਾ। ਇਹ 3 ਤਰ੍ਹਾਂ ਦੇ ਮੁੱਖ ਰੂਪ ਵਿੱਚ ਰੋਗ ਹੁੰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਆਦ, ਵਿਆਦ ਤੇ ਉਪਾਦ ਆਖਿਆ ਗਿਆ ਹੈ। ਇਹਨਾਂ ਨੂੰ ਅਧਿਆਤਮਿਕ, ਆਧਿ ਭੌਤਿਕ ਤੇ ਆਧਿ ਦੈਵਿਕ ਵੀ ਆਖਦੇ ਨੇ। ਇਹਨਾਂ ਦਾ ਸੰਖੇਪ ਜਿਹਾ ਵਿਚਾਰ ਇਸ ਤਰ੍ਹਾਂ ਕਿ ਜਿਹੜੇ ਪਹਿਲੀ ਕਿਸਮ ਦੇ ਰੋਗ ਹੁੰਦੇ ਨੇ ਨਾ, ਜਿਨ੍ਹਾਂ ਨੂੰ ਅਧਿਆਤਮਿਕ ਕਹਿੰਦੇ ਨੇ, ਇਹ ਦੇਹ ਅਤੇ ਮਨ ਦੇ ਰੋਗ ਹੁੰਦੇ ਨੇ, ਮਾਨਸਿਕ ਰੋਗ ਤੇ ਸਰੀਰਕ ਰੋਗ। ਸਰੀਰਕ ਰੋਗ ਸਾਨੂੰ ਕਈ ਪ੍ਰਕਾਰ ਨਾਲ ਲੱਗਦੇ ਨੇ, ਵੱਧ ਘੱਟ ਖਾਣ ਪੀਣ ਤੋਂ, ਜਦੋਂ ਅਸੀਂ ਠੀਕ ਢੰਗ ਨਾਲ ਸੌਂਦੇ ਨਹੀਂ ਹਾਂ ਜਾਂ ਆਪਣੇ ਸਰੀਰ ਤੋਂ ਬੇਲੋੜਾ ਕੰਮ ਲੈਂਦੇ ਹਾਂ, ਇਹਦੀ ਅਸੀਂ ਪਰਵਾਹ ਨਹੀਂ ਕਰਦੇ, ਇਹਦੀ ਠੀਕ ਢੰਗ ਨਾਲ ਅਸੀਂ ਪਰਵਰਿਸ਼ ਨਹੀਂ ਕਰਦੇ, ਉਦੋਂ ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ। ਨਸ਼ਿਆਂ ਆਦਿਕ ਤੋਂ ਲੱਗ ਜਾਂਦੇ ਨੇ, ਜਿਹੜਾ ਫਾਸਟ ਫੂਡ ਵਗੈਰਾ ਲੋਕ ਖਾਂਦੇ ਨੇ ਇਹਦੇ ਤੋਂ ਲੱਗ ਜਾਂਦੇ ਨੇ। ਮਨ ਦੇ ਰੋਗ ਤੁਹਾਨੂੰ ਮੇਰੇ ਨੂੰ ਜ਼ਿਆਦਾ ਪਤਾ ਹੋਣਾ ਹੈ ਕਿ ਮਨ ਦੇ ਰੋਗ ਸਾਨੂੰ ਤਕਰੀਬਨ ਮਨੁੱਖ ਜਾਤੀ ਵਿੱਚ ਕੋਈ ਵਿਰਲਾ ਹੀ ਬਚਿਆ ਜਿਸ ਨੂੰ ਕੋਈ ਮਾਨਸਿਕ ਰੋਗ ਨਾ ਹੋਵੇ। ਮਾਨਸਿਕ ਰੋਗ ਸਿਰਫ ਸਾਨੂੰ ਸਾਡੇ ਆਪਣੇ ਤੋਂ ਹੀ ਨਹੀਂ ਹੁੰਦਾ, ਦੂਜਿਆਂ ਤੋਂ ਵੀ ਹੁੰਦੇ ਨੇ। ਆਪਣੇ ਪਰਿਵਾਰ ਤੋਂ ਹੁੰਦਾ ਹੈ, ਕੋਈ ਧਨ ਪਦਾਰਥ ਦਾ ਨੁਕਸਾਨ ਹੋ ਜੇ ਉਹਦੇ ਤੋਂ ਹੋ ਜਾਂਦਾ ਹੈ, ਜਿਹਨੂੰ ਅਸੀਂ ਡਿਪਰੈਸ਼ਨ ਵਿੱਚ ਚਲਾ ਜਾਣਾ ਆਖਦੇ ਹਾਂ, ਉਦਾਸ ਹੋ ਜਾਣਾ ਆਖਦੇ ਹਾਂ। ਇਹ ਸਾਰੇ ਮਾਨਸਿਕ ਰੋਗ ਹੁੰਦੇ ਨੇ। ਇਹ ਪਹਿਲੀ ਕਿਸਮ ਦੇ ਰੋਗ ਨੇ। ਦੂਜੀ ਕਿਸਮ ਦੇ ਰੋਗ ਨੇ ਆਧਿ ਭੌਤਿਕ, ਜੋ ਸਾਨੂੰ ਦੂਜੇ ਜੀਵਾਂ ਤੋਂ ਮਿਲਦੇ ਨੇ। ਇੱਕ ਉਦਾਹਰਨ ਲੈਂਦੇ ਹੁੰਦੇ ਨੇ ਜੀ, ਜੇ ਤੁਸੀਂ ਰਸਤੇ ਤੁਰੇ ਜਾਂਦੇ ਹੋਵੋ, ਉੱਥੇ ਅੱਗੇ ਕਿਤੇ ਰਾਜ ਕੁੱਤਾ ਬੈਠਾ ਹੋਵੇ ਤੇ ਤੁਸੀਂ ਢੀਂਗ ਫੜੋ ਤੇ ਉਹਨੂੰ ਚਲਾ ਕੇ ਮਾਰ ਦਿਓ ਤੇ ਉਹ ਤੁਹਾਡੇ ਗਲ ਪੈ ਜੇ, ਤੇ ਉਹ ਦੂਜੇ ਜੀਵ ਤੋਂ ਦੁੱਖ ਮਿਲਣਾ, ਤੇ ਉਹ ਸੇੜਿਆ ਤੇ ਅਸੀਂ ਆਪ ਹੀ ਹੁੰਦਾ। ਸੋ ਇਸ ਤਰ੍ਹਾਂ ਜਿਹੜੇ ਦੂਜਿਆਂ ਜੀਵਾਂ ਤੋਂ ਮਿਲਦੇ ਨੇ, ਜਿਵੇਂ ਮੱਛਰ ਮੱਖੀਆਂ ਨੇ, ਜੰਗਲੀ ਜਾਨਵਰ ਨੇ, ਸੱਪ ਆਦਿਕ ਨੇ, ਹੋਰ ਇਸ ਤਰ੍ਹਾਂ ਦੇ ਚੂਹੇ ਆਦਿਕ ਨੇ, ਜਿਨ੍ਹਾਂ ਤੋਂ ਕਈ ਪ੍ਰਕਾਰ ਦੇ ਰੋਗ ਚੱਲਦੇ ਨੇ, ਇਹਨਾਂ ਨੂੰ ਆਧਿ ਭੌਤਿਕ ਰੋਗ ਆਖਦੇ ਨੇ। ਆਧਿ ਦੈਵਿਕ ਹੁੰਦੇ ਨੇ, ਜਿਹੜੇ ਪ੍ਰਕਿਰਤੀ ਤੋਂ ਮਿਲਦੇ ਨੇ ਸਾਨੂੰ। ਉਂਝ ਮੈਂ ਇਹਦੇ 'ਤੇ ਬੜੀ ਲੰਬੀ ਵਿਚਾਰ ਕੀਤੀ, ਇੱਕ ਦਿਨ ਬੈਠ ਕੇ ਸੋਚਦਾ ਸਾਂ, ਤੇ ਮੈਂ ਕਈ ਚੀਜ਼ਾਂ ਪੜ੍ਹੀਆਂ ਪ੍ਰਕਿਰਤਿਕ ਰੋਗਾਂ ਜਾਂ ਇਹਨਾਂ ਦੁੱਖਾਂ ਤੋਂ, ਇਹ ਸਾਨੂੰ ਕਿਉਂ ਮਿਲਦੇ ਨੇ ਇਹਦੇ ਬਾਰੇ, ਤੇ ਇਸ ਸਿੱਟੇ 'ਤੇ ਪਹੁੰਚਿਆ ਕਿ ਪ੍ਰਕਿਰਤੀ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੀ। ਇਹ ਨਾ ਸਿਰਫ ਆਪਣਾ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੀ ਏ, ਤੇ ਬੈਲੈਂਸ ਵਿਗਾੜਦਾ ਕੌਣ ਹੈ? ਮਨੁੱਖ ਜਾਤੀ। ਇਸ ਪ੍ਰਕਿਰਤੀ ਦੇ ਬੈਲੈਂਸ ਨੂੰ ਵਿਗਾੜਨ ਵਾਲੀ ਮਨੁੱਖ ਜਾਤੀ ਏ, ਤੇ ਉਹ ਜਿਹੜਾ ਵਿਗੜਿਆ ਹੋਇਆ ਇਹਦਾ ਬੈਲੈਂਸ ਹੈ ਨਾ, ਜਿਹੜਾ ਆਪਸ ਵਿੱਚ ਇਹਦਾ ਸ਼ਾਬਾ ਹੇਠਾਂ ਉੱਤੇ ਹੋ ਜਾਂਦਾ ਹੈ, ਉਸ ਨੂੰ ਪੱਧਰਾ ਕਰਨ ਲਈ, ਇੱਕ ਲੈਵਲ 'ਤੇ ਲਿਆਉਣ ਲਈ ਫਿਰ ਪ੍ਰਕਿਰਤੀ ਕੁਝ ਨਾ ਕੁਝ ਢੰਗ ਵਰਤਦੀ ਏ। ਸੋ ਉਹ ਜਿਹੜੇ ਢੰਗ ਵਰਤਦੀ ਏ, ਉਹਦੇ 'ਚ ਫਿਰ ਮਨੁੱਖ ਨਾ ਫਿਰ ਕਈ ਵਾਰੀ ਪੀੜਿਤ ਹੁੰਦੇ ਨੇ, ਦੁਖੀ ਹੁੰਦੇ ਨੇ। ਉਹਨਾਂ ਨੂੰ ਆਧਿ ਦੈਵਿਕ ਰੋਗ ਆਖਦੇ ਨੇ। ਸੋ ਇਹ 3 ਤਰ੍ਹਾਂ ਦੇ ਜਿਹੜੇ ਰੋਗ ਨੇ, ਸੰਤ ਕੇ ਨਿੰਦਕ ਕੋ ਸਰਬ ਰੋਗ, ਉਹਨੂੰ ਸਾਰੇ ਹੀ ਲੱਗੇ ਹੁੰਦੇ ਨੇ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ। ਕਿਉਂ ਲੱਗਦੇ ਨੇ ਸਾਰੇ ਰੋਗ? ਕਿਉਂਕਿ ਉਹਦਾ ਸਦਾ ਵਿਯੋਗ ਬਣਿਆ ਰਹਿੰਦਾ, ਆਪਣੇ ਸੋਮੇ ਨਾਲੋਂ ਟੁੱਟ ਜਾਂਦਾ ਹੈ, ਆਪਣੇ ਅਸਲੇ ਨਾਲੋਂ ਟੁੱਟ ਜਾਂਦਾ ਹੈ। ਜਿਵੇਂ ਹੀ ਮਨੁੱਖ ਆਪਣੇ ਅਸਲੇ ਨਾਲੋਂ ਟੁੱਟਦਾ ਹੈ, ਫਿਰ ਉਹਦੇ 'ਤੇ ਆਹ ਰੋਗ ਜਿਹੜੇ ਨੇ ਜੀ, ਇਹ ਲੱਗਣੇ ਹੀ ਹੁੰਦੇ ਨੇ, ਫਿਰ ਇਹ ਲੱਗ ਜਾਂਦੇ ਨੇ। ਸੋ ਅੱਗੇ ਸਤਿਗੁਰੂ ਜੀ ਨੇ ਅਖੀਰ ਵਿੱਚ ਇਹ ਬਚਨ ਆਖੇ ਨੇ, ਸੰਤ ਕੀ ਨਿੰਦਾ ਦੋਖ ਮਹਿ ਦੋਖ। ਦੋਖ ਮਹਿ ਦੋਖ ਤੋਂ ਮਤਲਬ ਹੈ ਦੋਸ਼ਾਂ ਵਿੱਚੋਂ ਸਭ ਤੋਂ ਵੱਡਾ ਦੋਸ਼। ਜਿੰਨੇ ਵੀ ਉੱਤੇ ਗਿਣੇ ਨੇ ਦੋਸ਼ ਗੁਰੂ ਮਹਾਰਾਜ ਜੀ ਨੇ, ਚਾਹੇ ਉਹ ਮਨੁੱਖਤਵਾਦੀ ਏ, ਚਾਹੇ ਉਹ ਅੱਤਤਾਈ ਏ, ਚਾਹੇ ਉਹ ਵੱਡਾ ਹਥਿਆਰਾ ਏ, ਚਾਹੇ ਉਹ ਜ਼ਾਲਮ ਏ, ਚਾਹੇ ਉਹ ਸਾਰੇ ਰੋਗ ਉਹਨੂੰ ਲੱਗ ਗਏ ਨੇ, ਉਹਨਾਂ ਸਾਰਿਆਂ ਦੋਸ਼ਾਂ ਤੋਂ ਵੱਡਾ ਦੋਸ਼ ਏ ਸੰਤ ਦੀ ਨਿੰਦਿਆ ਕਰਨਾ। ਹੁਣ ਅਖੀਰ 'ਤੇ ਕੀ ਆਖਦੇ ਨੇ ਗੁਰੂ ਜੀ? ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਸੰਤ ਭਾਵੈ,
ਹੁਣ ਤੁਸੀਂ ਵੇਖੋ ਇਸ ਨਿੰਦਿਆ ਕਰਨ ਵਾਲੇ ਪੁਰਸ਼ ਵਿੱਚ ਤੇ ਸੰਤ ਵਿੱਚ ਕਿੰਨਾ ਵੱਡਾ ਅੰਤਰ ਹੈ, ਕਿੰਨਾ ਵੱਡਾ ਫਰਕ ਹੈ। ਉਹ ਬੰਦਾ ਸੰਤਾਂ ਦੀ ਨਿੰਦਿਆ ਕਰਦਾ ਹੈ, ਹਰ ਵਕਤ ਕਰਦਾ ਹੈ, ਤੇ ਐਡਾ ਵੱਡਾ ਪਾਪੀ ਤੇ ਜ਼ਾਲਮ ਬਣ ਜਾਂਦਾ ਹੈ। ਸੰਤ ਕਿੰਨਾ ਨਿਮਰਤਾ ਵਿੱਚ ਰਹਿੰਦਾ ਹੈ, ਸੰਤ ਕਿੰਨਾ ਲੰਮੀ ਸੋਚ ਰੱਖਦਾ ਹੈ, ਸੰਤ ਕਿੰਨਾ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਉਹ ਨਿੰਦਕਾਂ ਦਾ ਵੀ ਭਲਾ ਹੀ ਲੋਚਦਾ ਹੈ। ਉਹ ਨਿੰਦਕਾਂ ਨੂੰ ਵੀ ਕਦੀ, ਜਿਹੜਾ ਸੱਚਾ ਸੰਤ ਹੁੰਦਾ ਨਾ ਜੀ, ਕਦੀ ਉਹਦੀ ਜ਼ਿੰਦਗੀ ਵਿੱਚ ਸ਼ਰਾਫ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਉਹ ਕਦੀ ਇਹ ਸ਼ਬਦ ਉਹਦੇ ਮੁਖੋਂ ਨਹੀਂ ਨਿਕਲ ਸਕਦੇ ਕਿ ਤੇਰਾ ਭਲਾ ਨਾ ਹੋਵੇ, ਤੇਰਾ ਬੁਰਾ ਹੋਵੇ। ਸੰਤ ਦੇ ਮੂੰਹ ਇਹ ਸ਼ਬਦ ਕਦੇ ਨਹੀਂ ਨਿਕਲਦੇ ਜੀ। ਸੰਤ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ। ਜਿਹੜਾ ਉਹਨੂੰ ਤੱਤੀ ਤਵੀ ਤੇ ਬਿਠਾਉਂਦਾ ਉਹਦਾ ਵੀ ਭਲਾ ਮੰਗਦਾ ਹੈ, ਜਿਹੜਾ ਉਹਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਦਾ ਉਹਦਾ ਵੀ ਭਲਾ ਮੰਗਦਾ ਹੈ, ਜਿਹੜਾ ਉਹਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਦਾ ਉਹਦਾ ਵੀ ਉਹ ਭਲਾ ਹੀ ਮੰਗਦਾ ਹੈ। ਉਹ ਕਿਸੇ ਦਾ ਬੁਰਾ ਨਹੀਂ ਮੰਗਦਾ। ਸੰਤ ਭਾਵ ਹੈ। ਜੇ ਸੰਤ ਨੂੰ ਚੰਗਾ ਲੱਗ ਜਾਏ ਤੇ ਭਾਈ ਉਹ ਜਿਹੜਾ ਨਾ ਨਿੰਦਕ ਬੰਦਾ, ਉਹਦਾ ਵੀ ਛੁਟਕਾਰਾ ਹੋ ਜਾਂਦਾ। ਛੁਟਕਾਰਾ ਕਾਹਦੇ ਤੋਂ ਹੋ ਜਾਂਦਾ ਹੈ ਜੀ? ਨਿੰਦਿਆ ਤੋਂ। ਉੱਤੇ ਦੱਸਿਆ ਨਾ ਵੀ ਇਹ ਨਿੰਦਿਆ ਵਿੱਚ ਬੰਦਾ ਐਸਾ ਉਲਝ ਜਾਂਦਾ, ਫਸ ਜਾਂਦਾ ਕਿ ਉਹਦੇ ਵਿੱਚ ਫਸਿਆ ਹੀ ਫਿਰ ਉਹਨੂੰ ਪਰਮਾਤਮਾ ਵੀ ਨਹੀਂ ਬਖਸ਼ਦਾ। ਪਰ ਜੇ ਸੰਤ ਨੂੰ ਪਾ ਜਾਏ ਤੇ ਉਹ ਬੰਦਾ ਨਿੰਦਿਆ ਆਦਿਕ ਵਰਗੇ ਵਿਕਾਰ ਤੋਂ ਬਚ ਨਿਕਲਦਾ ਹੈ ਤੇ ਫਿਰ ਉਹਦਾ ਵੀ ਭਲਾ ਹੋ ਜਾਂਦਾ ਹੈ। ਜਿਹੜਾ ਦੂਜਾ ਬੰਦ ਆਪਾਂ ਪਿਛਲੀ ਕਲਾਸ ਵਿੱਚ ਸਮਝਿਆ ਸੀ, ਉਹਦੇ ਵਿੱਚ ਸੀ ਸੰਤ ਦੋਖੀ ਕਾ ਥਾਉ ਕੋ ਨਾ ਹੈ। ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ, ਪੂਰੀ ਨਾ ਰੱਬੀ ਦਰਗਾਹ ਵਿੱਚ, ਨਾ ਜ਼ਮੀਨ ਤੇ ਨਾ ਆਕਾਸ਼ ਵਿੱਚ, ਕਿਤੇ ਕੋਈ ਟਿਕਾਣਾ ਨਹੀਂ ਮਿਲਦਾ। ਉਹ ਭਟਕਦਾ ਹੀ ਰਹਿੰਦਾ ਹੈ। ਨਾਨਕ ਸੰਤ ਭਾਵੈ ਤਾਂ ਉਹੀ ਪੀ ਗਤ ਪਾਹੇ। ਜੇ ਸੰਤ ਨੂੰ ਚੰਗਾ ਲੱਗ ਜੇ ਤੇ ਉਹ ਪਾਪੀ ਮਨੁੱਖ ਵੀ ਮੁਕਤੀ ਨੂੰ ਹਾਸਲ ਕਰ ਲੈਂਦੇ ਨੇ। ਤੇ ਅੱਜ ਆਖਿਆ ਗੁਰੂ ਜੀ ਨੇ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਉਹ ਵੀ ਮੁਕਤੀ ਦਾ ਆਨੰਦ ਮਾਣ ਸਕਦਾ, ਉਹ ਵੀ ਵਿਕਾਰਾਂ ਤੋਂ ਬਚ ਸਕਦਾ ਹੈ। ਸੋ ਇਹ ਅੱਜ ਦੇ ਬੰਦ ਵਿੱਚ ਆਪਾਂ ਇਹ ਚੀਜ਼ਾਂ ਸਮਝੀਆਂ ਨੇ ਜੀ। ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ ਉਹਦਾ ਕੀ ਹਸ਼ਰ ਹੁੰਦਾ ਹੈ, ਉਹਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ। ਸਦਾ ਅੱਤ ਚੁੱਕੀ ਰੱਖਦਾ ਹੈ, ਨਾ ਆਪ ਟੇਕ ਕੇ ਬਹਿੰਦਾ ਹੈ, ਨਾ ਕਿਸੇ ਨੂੰ ਬਹਿਣ ਦਿੰਦਾ ਹੈ। ਉਹਨੂੰ ਆਤਮਿਕ ਤੌਰ ਤੇ, ਮਾਨਸਿਕ ਤੌਰ ਤੇ ਪਲ ਭਰ ਵੀ ਆਰਾਮ ਨਹੀਂ ਮਿਲਦਾ। ਉਹ ਵੱਡਾ ਜ਼ਾਲਮ ਬਣ ਜਾਂਦਾ ਹੈ। ਰੱਬ ਵੱਲੋਂ ਮਾਨੋ ਫਿਟਕਾਰਿਆ ਜਾਂਦਾ ਹੈ ਉਹ ਬੰਦਾ। ਜਿੰਨੇ ਦੁਨਿਆਵੀ ਸੁੱਖ ਉਹਨੇ ਇਕੱਠੇ ਕੀਤੇ ਨੇ, ਉਹਨਾਂ ਸੁੱਖਾਂ ਵਿੱਚ ਹੁੰਦਾ ਹੋਇਆ ਉਹ ਦੁਖੀ ਰਹਿੰਦਾ ਹੈ। ਉਹਨੂੰ ਸਾਰੇ ਜਿਹੜੇ ਆਪਾਂ 3 ਤਰ੍ਹਾਂ ਦੇ ਉੱਤੇ ਰੋਗ ਵੇਖੇ ਨੇ, ਬਿਮਾਰੀਆਂ ਵੇਖੀਆਂ ਨੇ, ਉਹ ਮੁੱਖ ਰੂਪ ਵਿੱਚ ਨੇ ਜੀ 3 ਪ੍ਰਕਾਰ ਦੇ। ਸੋ ਉਹ ਸਾਰੇ ਰੋਗ ਉਸ ਨੂੰ ਵਿਆਪਦੇ ਨੇ, ਕਿਉਂਕਿ ਉਹ ਸੁੱਖਾਂ ਦੇ ਸੋਮੇ ਵਾਹਿਗੁਰੂ ਜੀ ਨਾਲੋਂ ਵਿਛੜ ਜਾਂਦਾ ਹੈ। ਤੇ ਉਸ ਪਰਮਾਤਮਾ ਨਾਲੋਂ ਵਿਛੜ ਜਾਣਾ ਆਪਣੇ ਆਪ ਵਿੱਚ ਹੀ ਇੱਕ ਵੱਡਾ ਦੁੱਖ ਹੈ, ਵੱਡਾ ਰੋਗ ਹੈ। ਜਿਹੜੇ ਲੋਕ ਮਾਲਕ ਨਾਲੋਂ ਵਿਛੜ ਜਾਂਦੇ ਨੇ ਉਹ ਜੀ ਸਦਾ ਸਦਾ ਲਈ ਦੁਖੀ ਰਹਿੰਦੇ ਨੇ। ਸੋ ਅਖੀਰ ਵਿੱਚ ਗੁਰੂ 5ਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਨਾਲ ਮੈਂ ਅੱਜ ਦੀ ਵਿਚਾਰ ਸਮਾਪਤ ਕਰਨਾ ਚਾਹੁੰਦਾ। ਗੁਰੂ ਸਾਹਿਬ ਨੇ ਆਖਿਆ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਭਾਈ ਸੰਤਾਂ ਦੀ ਨਿੰਦਿਆ ਕੋਈ ਜਣਾ ਨਾ ਕਰਿਆ ਜੀ। ਵੇਖੋ ਕਿੰਨਾ ਸਾਨੂੰ ਪਿਆਰ ਨਾਲ ਗੁਰੂ ਜੀ ਸਮਝਾ ਰਹੇ ਨੇ। ਤੇ ਆਪਾਂ ਇਸ ਗੱਲ ਨੂੰ ਜ਼ਰੂਰ ਸਮਝਣਾ ਹੈ, ਕਦੀ ਕਿਸੇ ਦੀ ਵੀ ਨਿੰਦਿਆ ਨਹੀਂ ਜੀ ਕਰਨੀ। ਸੰਤ ਦੀ ਤੇ ਕਰਨੀ ਹੀ ਕੀ ਹੈ, ਕਿਸੇ ਦੀ ਵੀ ਨਹੀਂ ਕਰਨੀ। ਮਾੜੇ ਤੋਂ ਮਾੜਾ ਵੇਖੋ, ਜਿਹੜੇ ਨਾ ਫਰੀਦ ਸਾਹਿਬ, ਉਹਨਾਂ ਨੇ ਇਹ ਗੱਲ ਆਖੀ ਸੀ, ਫਰੀਦਾ ਖਾਕ ਨਾ ਨਿੰਦੀ ਹੈ। ਮਿੱਟੀ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਸਾਡੇ ਨਾਲੋਂ ਤੇ ਮਿੱਟੀ ਵੀ ਚੰਗੀ ਹੈ। ਸਾਡੇ ਇਸ ਵਿਕਾਰੀ ਸਰੀਰ ਨੂੰ, ਜਿਹਦੇ ਵਿੱਚੋਂ ਹੁਣ ਬਦਬੂ ਆਉਣੀ ਹੈ ਮਰਨ ਤੋਂ ਬਾਅਦ, ਉਹਨੂੰ ਵੀ ਮਿੱਟੀ ਸੰਭਾਲ ਲੈਂਦੀ ਹੈ। ਸਾਡੇ ਨਾਲੋਂ ਤੇ ਮਿੱਟੀ ਵੀ ਚੰਗੀ, ਅਸੀਂ ਕਿਉਂ ਕਿਸੇ ਦੀ ਨਿੰਦਿਆ ਕਰੀਏ। ਸੰਤ ਕੀ ਨਿੰਦਾ ਕਰੋ ਨਾ ਕੋਏ। ਹੈ ਭਾਈ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ, ਪਰ ਸੰਤ ਦੀ ਖਾਸ ਕਰਕੇ, ਜਿਹਨੂੰ ਸਹੀ ਅਰਥਾਂ ਵਿੱਚ ਲੋਕ ਸੰਤ ਆਖਦੇ ਨੇ, ਭਾਈ ਕੋਈ ਜਣਾ ਕਦੀ ਭੁੱਲ ਕੇ ਵੀ ਉਹਨਾਂ ਦੀ ਨਿੰਦਿਆ ਨਾ ਕਰਿਆ ਜੇ। ਜੋ ਨਿੰਦਾ ਹੈ, ਜਿਹੜਾ ਉਹਨਾਂ ਦੀ ਨਿੰਦਿਆ ਕਰੇਗਾ ਤਿਸ ਕਾ
ਪਤਨ ਹੋਏ ਤੋਂ ਮਤਲਬ ਹੁੰਦਾ ਜੀ ਥੱਲੇ ਵੱਲ ਡਿੱਗਣਾ, ਥੱਲੇ ਵੱਲ ਡਿੱਗਣਾ। ਅਸੀਂ ਜਿੰਨੇ ਚੰਗੇ ਕਰਮ ਕਰਦੇ ਹਾਂ, ਸ਼ੁਭ ਕਰਮ ਕਮਾਉਂਦੇ ਹਾਂ, ਜਪ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇਹਨਾਂ ਚੰਗੇ ਕਰਮਾਂ ਕਰਕੇ ਸਾਡੀ ਆਤਮਾ ਥੋੜ੍ਹੀ ਜਿਹੀ ਉੱਚੀ ਉੱਠਦੀ ਏ। ਅਤੇ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਸਾਡੀ ਆਤਮਾ ਫਿਰ ਥੱਲੇ ਖਤਾਨਾਂ ਵਿੱਚ ਡਿੱਗ ਪੈਂਦੀ ਹੈ, ਭਾਵ ਪਤਾਲਾਂ ਵਿੱਚ ਚਲੀ ਜਾਂਦੀ ਹੈ, ਨਰਕਾਂ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ। ਇਸ ਲਈ ਸਾਨੂੰ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੋ ਅੱਜ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਜੀ। ਬੰਦ ਨੰਬਰ 3, ਅਸ਼ਟਪਦੀ ਨੰਬਰ 12 ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪੰਨਾ ਨੰਬਰ 280। ਇਸ ਦੀ ਵਿਚਾਰ ਕਰਦਿਆਂ ਮੇਰੇ ਤੋਂ ਬੜੀਆਂ ਭੁੱਲਾਂ ਹੋਈਆਂ ਹੋਣਗੀਆਂ। ਮੈਂ ਆਪ ਸਾਰੀ ਸੰਗਤ ਤੋਂ, ਗੁਰੂ ਜੀ ਤੋਂ ਖਿਮਾ ਚਾਹਾਂਗਾ ਅਤੇ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ, ਆਪਣੇ ਆਪ ਨੂੰ ਵੀ ਅਤੇ ਤੁਹਾਨੂੰ ਵੀ, ਜਾਂ ਜਿੰਨੇ ਵੀ ਲੋਕ ਇਸ ਗੱਲ ਨੂੰ ਬਾਅਦ ਵਿੱਚ ਵੀ ਸੁਣਨਗੇ, ਸਭਨਾਂ ਨੂੰ, ਕਿ ਅਸੀਂ ਇਸ ਨਿੰਦਿਆ ਵਾਲੇ ਵੱਡੇ ਔਗਣ ਤੋਂ ਹਮੇਸ਼ਾ ਹਮੇਸ਼ਾ ਬਚ ਕੇ ਰਹਿਣਾ ਹੈ। ਕਦੀ ਵੀ ਕੋਈ ਨਿੰਦਿਆ ਸਾਡੇ ਸਾਹਮਣੇ ਕਰਨ ਲੱਗੇ, ਸਿਆਣੇ ਕਹਿੰਦੇ ਨੇ ਕੰਨਾਂ 'ਚ ਉਂਗਲੀਆਂ ਦੇ ਲਓ, ਕਿ ਸਾਨੂੰ ਉਹਦੀ ਆਵਾਜ਼ ਸੁਣਾਈ ਹੀ ਨਾ ਦੇਵੇ। ਬਸ ਆਪਾਂ ਯਤਨ ਕਰਨਾ ਹੈ, ਕੋਸ਼ਿਸ਼ ਕਰਨਾ ਹੈ, ਅਤੇ ਅਸੀਂ ਇਹਨਾਂ ਵਿਕਾਰਾਂ ਤੋਂ ਬਚ ਕੇ ਆਪਣੇ ਇਸ ਜੀਵਨ ਨੂੰ ਸੁਧਾਰਨਾ ਹੈ। ਜੀਵਨ ਵਿੱਚ ਅਸੀਂ ਪ੍ਰਭੂ ਦਾ ਨਾਮ ਜਪ ਕੇ, ਉਸ ਮਾਲਕ ਨਾਲ ਜੁੜ ਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਬਣਾਉਣਾ ਹੈ। ਸੋ ਆਪਾਂ ਇਸ ਵਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਵਸ ਜਿਹੜਾ ਨਵੰਬਰ ਵਿੱਚ ਆਉਣਾ ਹੈ, ਉਹ ਆਪਾਂ ਸ਼ੁਰੂ ਕੀਤਾ ਹੋਇਆ, ਉਸ ਦੇ ਸੰਬੰਧ ਵਿੱਚ ਵਿਚਾਰ ਕਰਨਾ। ਅਤੇ ਮੈਂ ਆਪ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ, ਜੇ ਹੋ ਸਕੇ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਆਇਆ ਕਰੋ, ਨਹੀਂ ਤੇ ਬਾਅਦ ਵਿੱਚ ਤੁਸੀਂ YouTube ਵਗੈਰਾ 'ਤੇ ਵੀ ਵਿਚਾਰ ਸੁਣ ਸਕਦੇ ਹੋ। ਜ਼ਰੂਰੀ ਨਹੀਂ ਜੋ ਮੈਂ ਵਿਚਾਰ ਕਰਦਾ, ਇਹ ਨਹੀਂ ਮੈਂ ਕਹਿ ਰਿਹਾ। ਮੈਂ ਕਹਿ ਰਿਹਾ ਕਿਸੇ ਵੀ ਮਹਾਂਪੁਰਸ਼ ਦੇ ਵਿਚਾਰ ਸੁਣੋ, ਕਿਸੇ ਵੀ ਗਿਆਨੀ ਸੱਜਣ ਦੇ ਵਿਚਾਰ ਸੁਣੋ। ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਆਪਾਂ ਉਹਨੂੰ ਸਮਝਣ ਦਾ ਯਤਨ ਕਰੀਏ, ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਈਏ, ਅਤੇ ਫਿਰ ਨਾ ਆਪਣੇ ਗੁਰਪੁਰਬ ਮਨਾਏ ਹੋਏ ਸਫਲੇ ਹੋਣੇ ਨੇ। ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਆਪ ਸਾਰੀ ਸੰਗਤ ਤੋਂ ਖਿਮਾ ਚਾਹਾਂਗਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।